तो भगवंत मान ने गल की कि मैनू पैसों की या जो चाहिए आ वो लैण की भी ऑफर हुई, फिर इदा लग्या कि भगवंत मान थोड़ा वध के बोल रहे हैं। 2014 या 2019 दी चोणां की गल करिए तो सारियां चोणां जिहड़ियां आ वो इस तरीके लड़ियां गईयां जिथे इदा नज़र आउंदा सीगा कि भारत दे विच होर 543 या 542 सीटां ते कोई बंदा लड़ ही नहीं रहा। ਤੁਹਾਨੂੰ ਲੱਗਦਾ ਹੈ ਜਿੱਦਾਂ ਦਾ ਅਸੀਂ 7-8 ਸਾਲ ਤੋਂ ਸ਼ਾਸਨ ਦੇਖ ਰਹੇ ਹਾਂ ਜਾਂ ਉਸ ਤੋਂ ਪਿਛਲੇ ਸ਼ਾਸਨਾਂ ਨੂੰ ਵੀ ਜੇ ਅਸੀਂ ਦੇਖ ਲਈਏ ਤੇ ਕੈਬਨਿਟ ਦੇ ਵਿੱਚ ਕੋਈ ਮੰਤਰੀ ਪ੍ਰਧਾਨ ਮੰਤਰੀ ਦੇ ਰੱਖੇ ਹੋਏ ਪ੍ਰਸਤਾਵ ਦੇ ਵਿੱਚ ਕੋਈ ਕਮੀ ਵੀ ਕੱਢ ਸਕਦਾ ਹੋਵੇ ਜਾਂ ਕੋਈ ਹੀਲ ਹੁਜਤ ਵੀ ਕਰ ਸਕਦਾ ਹੋਵੇ। ਪਰ ਜਿਹੜੀ ਚਿਹਰਿਆਂ ਦੀ ਰਾਜਨੀਤੀ ਆ ਜਾਂ ਮੁੱਖ ਮੰਤਰੀ ਨੂੰ ਐਲਾਨ ਦੇਣਾ ਜਾਂ ਇੱਕ ਪ੍ਰਧਾਨ ਮੰਤਰੀ ਦੇ ਨਾਮ ਤੇ ਚੋਣਾਂ ਲੜਨੀਆਂ ਜਿਹੜੀਆਂ ਉਹ ਲੋਕਤੰਤਰ ਕਦਰਾਂ ਕੀਮਤਾਂ ਦੇ ਵਿੱਚ ਕਿਤੇ ਫਿੱਟ ਨਹੀਂ ਬੈਠਦੀਆਂ। ਉਹ ਫਿੱਟ ਬੈਠਦੀਆਂ ਨੇ ਸਿਰਫ ਔਰ ਸਿਰਫ ਉਹਨਾਂ ਸਿਆਸੀ ਧਿਰਾਂ ਨੂੰ ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ। ਤੇ ਜੇਕਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਨੂੰ ਸਾਰੇ ਸਵਾਲ ਪੁੱਛਦੇ ਨੇ ਕਿ ਉਹਨਾਂ ਦਾ ਚਿਹਰਾ ਕੌਣ ਹੈ ਤੇ ਕਾਂਗਰਸ ਵਾਲੇ ਕੀ ਦੱਸ ਸਕਦੇ ਨੇ ਕਿ ਉਹਨਾਂ ਦਾ ਚਿਹਰਾ ਕੌਣ ਹੈ। ਫੌਜ ਦੀ ਜਿੰਨੀ ਕੁ ਰਿਸਪੈਕਟ ਆਮ ਸਿਵਿਲੀਅਨਸ ਕਰਦੇ ਆ ਸ਼ਾਇਦ ਸਾਡੇ ਲੀਡਰ ਨਾ ਕਰਦੇ। ਤੇ ਜਿਸ ਵੀ ਪਾਰਟੀ ਦੀ ਸਰਕਾਰ ਆ ਉਹ ਇਹ ਗੱਲ ਕਹਿੰਦੀ ਆ ਕਿ ਇੱਥੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ। ਤੇ ਜਿਹੜੀ ਵਿਰੋਧੀ ਧਿਰ ਦੀ ਸਰਕਾਰ ਆ ਜਾਂ ਵਿਰੋਧੀ ਧਿਰ ਦੀ ਪਾਰਟੀ ਆ ਵਿਰੋਧੀ ਧਿਰ ਆ ਉਹ ਪਹਿਲਾਂ ਹੀ ਜਿੱਦਾਂ ਤਿਆਰ ਹੁੰਦੇ ਆ ਆਪਣੇ ਸ਼ਬਦ ਲੈ ਕੇ ਕਿ ਅਸੀਂ ਤੇ ਰਾਜਨੀਤੀ ਜਿਹੜੀ ਆ ਉਹ ਕਰਾਂਗੇ। ਕਿਸੇ ਵੀ ਰਾਜ ਦੇ ਅੰਦਰ ਦੀ ਜਿਹੜੀ ਘਟਨਾ ਆ ਉੱਥੇ ਸੈਨਾ ਦੀ ਵਰਤੋਂ ਕਿਉਂ ਕੀਤੀ ਜਾਂਦੀ ਆ, ਉੱਥੇ ਪੁਲਿਸਿੰਗ ਕਿਉਂ ਜਿਹੜੀ ਆ ਉਹ ਕਾਮਯਾਬ ਨਹੀਂ ਹੁੰਦੀ। 370 ਨੂੰ ਹਟਾਉਣ ਦੇ ਨਾਲ ਕਿਸੇ ਦੇ ਵੀ ਜਮਹੂਰੀ ਹੱਕਾਂ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ। ਸਿੱਧੂ ਸਾਹਿਬ ਪ੍ਰਗਟ ਸਿੰਘ ਦੇ ਹੱਕ 'ਚ ਨਹੀਂ ਗਏ। ਸਿੱਧੂ ਸਾਹਿਬ ਨੇ ਜੋ ਉਹਨਾਂ ਨੇ ਕੀਤਾ ਆ ਉਹਨਾਂ ਦੇ ਵਿਰੋਧ ਦੇ ਵਿੱਚ ਕੁਝ ਕਰਕੇ ਆਪਣੇ ਆਪ ਨੂੰ ਪਾਰਟੀ ਦੇ ਪ੍ਰਧਾਨ ਹੋਣ ਲਈ ਵੀ ਸਥਾਪਿਤ ਕਰਨ ਦੀ ਗੱਲ ਕੀਤੀ ਹੈ ਤੇ ਅਗਲਾ ਚਿਹਰਾ ਹੋਣ ਦੀ ਗੱਲ ਵੀ ਜਿਹੜੀ ਕੀਤੀ ਹੈ। ਕਿਉਂਕਿ ਇੱਧਰ ਚਿਹਰਿਆਂ ਦਾ ਜਿੰਨਾ ਰੌਲਾ ਹੈਗਾ ਆ ਆਮ ਆਦਮੀ ਪਾਰਟੀ ਦੇ ਵਿੱਚ ਰੌਲਾ ਚਿਹਰਿਆਂ ਦਾ ਕਾਂਗਰਸ 'ਚ ਵੀ ਉਨਾ ਹੀ ਹੈ। ਸਕੂਲਾਂ ਦੇ ਵਿੱਚ ਅਜਿਹੇ ਗੈਸਟ ਟੀਚਰ ਰੱਖੇ ਹੋਏ ਨੇ ਜਿਹੜੇ ਰੋਜ਼ ਆਉਂਦੇ ਨੇ ਤੇ ਰੋਜ਼ ਦੀ ਰੋਜ਼ ਉਹਨਾਂ ਨੂੰ ਵੇਤਨ ਮਿਲਦਾ ਹੈ ਤੇ ਉਹ ਬਹੁਤ ਹੀ ਇੱਕ ਮਾੜੀ ਗੱਲ ਹੈ। ਹਾਲੇ ਤੱਕ ਪਾਰਟੀ ਰਜਿਸਟ੍ਰੇਸ਼ਨ ਜਿਹੜੀ ਹੋਈ ਕਿ ਨਹੀਂ ਹੋਈ ਉਹਦੇ ਬਾਰੇ ਕੁਝ ਨਹੀਂ ਪਤਾ ਲੱਗਦਾ। ਚੋਣ ਨਿਸ਼ਾਨ ਹਾਲੇ ਤੱਕ ਮਿਲਿਆ ਨਹੀਂ, ਪਾਰਟੀ ਦਾ ਢਾਂਚਾ ਕੋਈ ਬਣਾਇਆ ਨਹੀਂ, ਪਰ ਦੋ ਸਾਂਝੀਵਾਲ ਜ਼ਰੂਰ ਕੈਪਟਨ ਸਾਹਿਬ ਨੇ ਲੱਭ ਲਏ ਨੇ। ਅਕਾਲੀ ਦਲ ਦੇ ਵਿੱਚੋਂ ਜਿਹੜੀ ਵੀ ਪਾਰਟੀ ਬਣਦੀ ਆ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸਦੀ। ਅਸਲ ਕਿਹੜੀ ਆ ਤੇ ਅਸਲ ਕਿਹੜੀ ਨਹੀਂ ਇਹ ਤਾਂ ਫਿਰ ਲੋਕ ਹੀ ਜਾਣਦੇ ਨੇ, ਅਸੀਂ ਤਾਂ ਉਸ ਚੱਕਰ 'ਚ ਨਹੀਂ ਪੈਂਦੇ। सत श्री अकाल। पंजाबी नैशनल टीवी देख रहे सारे दर्शकों का स्वागत है। देश दुनिया ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਆਫਰ ਦਿੱਤੀ ਗਈ ਹੈ ਭਾਜਪਾ ਵਿੱਚ ਸ਼ਾਮਲ ਹੋਣ ਦੀ। ਇਸ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਚਰਚਾ ਕਰਾਂਗੇ ਫਾਰੂਕ ਅਬਦੁੱਲਾ ਦਾ ਕਹਿਣਾ ਹੈ ਕਿ ਜਿਵੇਂ ਦੇਸ਼ ਦੇ ਕਿਸਾਨਾਂ ਨੇ ਅੰਦੋਲਨ ਚਲਾਇਆ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਵੀ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ। ਤੇ ਨਾਲ ਦੀ ਨਾਲ ਅਸੀਂ ਚਰਚਾ ਕਰਾਂਗੇ ਜੀ ਨਵਜੋਤ ਸਿੰਘ ਸਿੱਧੂ ਨੇ ਸਿਸੋਦੀਆ ਮਾਡਲ ਤੇ ਸਵਾਲ ਚੁੱਕੇ ਨੇ, ਦਿੱਲੀ ਪਹੁੰਚੇ ਨੇ ਤੇ ਕਾਫੀ ਸਾਰੇ ਟਵੀਟ ਕਰਕੇ ਉਹਨਾਂ ਦੀ ਪੋਲ ਖੋਲਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹਨਾਂ ਤੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਸ਼ੁਕਰੀਆ ਜੀ। ਸ਼ਰਮਾ ਜੀ, ਸਭ ਤੋਂ ਪਹਿਲਾਂ ਗੱਲ ਕਰੀਏ ਭਗਵੰਤ ਮਾਨ ਦੀ, ਜਿਨ੍ਹਾਂ ਨੇ ਵੱਡਾ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਆਫਰ ਦਿੱਤੀ ਗਈ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣ। ਕਾਫੀ ਦਾਅਵੇ ਕੀਤੇ ਨੇ ਉਹਨਾਂ ਨੇ, ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ ਦੇਖੋ, ਇਹ ਦਾਅਵੇ ਜਿਹੜੇ ਨੇ ਉਹ ਬਿਲਕੁਲ ਸਟੀਕ ਕੀਤੇ ਗਏ ਨੇ ਜਾਂ ਉਹਨਾਂ ਦੇ ਵਿੱਚ ਕੁਝ ਰੌਲਾ ਆ, ਇਹਦੇ ਬਾਰੇ ਤਾਂ ਭਗਵੰਤ ਮਾਨ ਹੀ ਦੱਸ ਸਕਦੇ ਆ ਜੀ। ਪਰ ਜਿੱਦਾਂ ਦਾ ਮੌਸਮ ਚੱਲ ਰਿਹਾ, ਦਸੰਬਰ ਦਾ ਦੂਸਰਾ ਹਫਤਾ ਹੋ ਗਿਆ ਤੇ ਠੰਡ ਹੋ ਨਹੀਂ ਰਹੀ, ਪਰ ਇਸੇ ਕਰਕੇ ਇਦਾਂ ਲੱਗਦਾ ਆਪੇ ਜਿਹੜੀ ਰਾਜਨੀਤੀ ਦੀ ਗਰਮੀ ਆ ਉਹ ਕਾਫੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਜੀ। ਛੁੱਟੀ ਵਾਲਾ ਦਿਨ ਸੀ ਤੇ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਮੈਨੂੰ 4 ਦਿਨ ਪਹਿਲਾਂ ਦਿੱਲੀੋਂ ਅਮਿਤ ਸ਼ਾਹ ਜੀ ਦੇ ਆਫਿਸ ਤੋਂ ਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਭਈ ਜਿਹੜੇ ਮਿਨਿਸਟਰੀ ਲੈਣੀ ਉਹ ਮਿਨਿਸਟਰੀ ਲੈ ਲਓ ਤੇ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਤੇ ਬੀਜੇਪੀ ਜੁਆਇਨ ਕਰ ਲਓ ਜੀ। ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਮੈਨੂੰ ਖਰੀਦਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ। ਅਸੀਂ ਬਹੁਤ ਵੱਡਾ ਦਾਅਵਾ ਨਹੀਂ ਕਰਦੇ ਆਪਣੇ ਚੈਨਲ ਵੱਲੋਂ ਜਾਂ ਆਪਣੇ ਅਦਾਰੇ ਵੱਲੋਂ, ਪਰ ਇਹ ਗੱਲ ਕਾਫੀ ਦਿਨਾਂ ਤੋਂ ਹਵਾ ਦੇ ਵਿੱਚ ਘੁੰਮ ਰਹੀ ਸੀ ਕਿ ਭਗਵੰਤ ਮਾਨ ਨੂੰ ਬੀਜੇਪੀ ਜਿਹੜੀ ਆ ਉਹ ਆਪਣੇ ਪਾਸੇ ਆਪਣੇ ਪਾਲੇ 'ਚ ਲਿਆਉਣ ਲਈ ਕੋਸ਼ਿਸ਼ ਕਰ ਰਹੀ ਆ ਜੀ।
ਇਹਦੀ ਵਜ੍ਹਾ ਇਹ ਵੀ ਸੀ ਕਿ ਭਗਵੰਤ ਮਾਨ ਜਿੰਨੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜੁੜੇ ਹੋਏ ਨੇ, ਜਿੰਨੀ ਉਹਨਾਂ ਨੇ ਮਿਹਨਤ ਕੀਤੀ ਆ, ਤੇ ਉਹ ਇਸ ਵੇਲੇ ਦੇ ਇੱਕਮਾਤਰ ਮੈਂਬਰ ਪਾਰਲੀਮੈਂਟ ਨੇ ਜੀ ਪਾਰਟੀ ਵੱਲੋਂ। ਹਾਲਾਂਕਿ 2 ਉਹਨਾਂ ਕੋਲ ਲੋਕ ਰਾਜ ਸਭਾ ਦੇ ਸੰਸਦ ਵੀ ਨੇ, ਪਰ ਚੋਣਾਂ ਜਿੱਤ ਕੇ ਜਿਹੜੇ ਬੰਦੇ ਆਉਂਦੇ ਨੇ ਉਹ ਲੋਕ ਸਭਾ ਦੇ ਵਿੱਚ, ਤੇ ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਇਕੱਲੇ ਹੀ ਹਨ ਜੀ। ਤੇ ਨਾਲ ਦੀ ਨਾਲ ਜਦੋਂ ਭਗਵੰਤ ਮਾਨ ਨੇ ਗੱਲ ਕੀਤੀ ਕਿ ਮੈਨੂੰ ਪੈਸਿਆਂ ਦੀ ਜਾਂ ਜੋ ਚਾਹੀਦਾ ਆ ਉਹ ਲੈਣ ਦੀ ਵੀ ਆਫਰ ਹੋਈ, ਫਿਰ ਇਦਾਂ ਲੱਗਿਆ ਕਿ ਭਗਵੰਤ ਮਾਨ ਥੋੜਾ ਵੱਧ ਕੇ ਬੋਲ ਰਹੇ ਨੇ। ਹੁਣ ਇਹਦੇ ਵਿੱਚ ਸੱਚ ਕੀ ਆ ਝੂਠ ਕੀ, ਇਹ ਤੇ ਉਹੀ ਦੱਸ ਸਕਦੇ ਨੇ, ਪਰ ਦੋਨੋਂ ਪਾਸਿਓਂ ਤਿੰਨੋਂ ਪਾਸਿਓਂ ਪ੍ਰਤੀਕਿਰਿਆਵਾਂ ਜ਼ਰੂਰ ਆਉਣੀਆਂ ਸ਼ੁਰੂ ਹੋ ਗਈਆਂ ਜੀ। ਬੀਜੇਪੀ ਦੇ ਲੋਕਾਂ ਨੇ, ਅਸ਼ਵਨੀ ਸ਼ਰਮਾ ਜਿਹੜੇ ਪੰਜਾਬ ਤੋਂ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਆਪਣਾ ਮੁੱਲ ਵਧਾਉਣ ਲਈ ਬੋਲ ਰਹੇ ਨੇ ਜੀ। ਇਹੋ ਜੀ ਗੱਲ ਕੋਈ ਨਹੀਂ। ਮੁੱਲ ਵਧਾਉਣ ਤੋਂ ਉਹਨਾਂ ਨੇ ਦੱਸਿਆ ਕਿ ਕਿਉਂਕਿ ਇਹਨਾਂ ਦੀ ਪਾਰਟੀ ਇਹਨਾਂ ਨੂੰ ਪੂਰਾ ਸਮਰਥਨ ਨਹੀਂ ਦੇ ਰਹੀ, ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾ ਰਹੀ, ਇਸ ਕਰਕੇ ਇਹ ਆਪਣੀ ਜਿਹੜੀ ਵੈਲਿਊ ਆ ਉਹਨੂੰ ਵਧਾ ਰਹੇ ਨੇ, ਤੇ ਨਾਲ ਦੀ ਨਾਲ ਇਹ ਪਾਰਟੀ ਹਾਈ ਕਮਾਂਡ ਨੂੰ ਵੀ ਬਲੈਕਮੇਲ ਕਰ ਰਹੇ ਨੇ। ਜੀ ਸ਼ਰਮਾ ਜੀ, ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਮੁੱਖ ਮੰਤਰੀ ਦੇ ਚਿਹਰੇ ਦੇ ਗੱਲ ਕੀਤੀ ਹੈ ਤੁਸੀਂ, ਤਾਂ ਇਹ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਇਹ ਚਿਹਰੇ ਐਲਾਨਣਾ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰ ਰਾਜ਼ ਕੀ ਛੁਪਿਆ ਹੋਇਆ ਹੈ? ਕਿ ਲੋਕਾਂ ਦੀ ਮਾਨਸਿਕਤਾ ਇਸ ਦੇ ਵਿੱਚ ਉਜਾਗਰ ਹੁੰਦੀ ਹੈ ਜਾਂ ਫਿਰ ਉਹਨਾਂ ਮੈਂਬਰਾਂ ਦੀ, ਵਿਧਾਇਕਾਂ ਦੀ? ਬਿਲਕੁਲ ਹਰਪ੍ਰੀਤ ਜੀ, ਤੁਸੀਂ ਗੱਲ ਜਿਹੜੀ ਕੀਤੀ ਆ ਉਹਦਾ ਵੀ ਆਪਾਂ ਉਹਦੀ ਗੱਲ ਵੀ ਕਰਦੇ ਆ ਕਿ ਚਿਹਰੇ ਐਲਾਨਣ ਦੀ ਜਿਹੜੀ ਗੱਲ ਆ ਉਹ ਕਿਉਂ ਸ਼ੁਰੂ ਹੁੰਦੀ ਆ ਤੇ ਕਿਉਂ ਉਹਦੇ ਤੇ ਬਹੁਤ ਤਵੱਜੋ ਦਿੱਤੀ ਜਾਂਦੀ ਆ ਜੀ। ਉਸ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰਦੇ ਤੇ ਨਾਲ ਦੀ ਨਾਲ ਦਿੱਲੀ ਤੋਂ ਰਾਘਵ ਚੱਡਾ ਨੇ ਵੀ ਇਸ ਵਿਸ਼ੇ ਦੇ ਉੱਤੇ ਖੁੱਲ੍ਹ ਕੇ ਦੱਸਿਆ ਜੀ। ਉਹਨਾਂ ਨੇ ਵੀ ਬੀਜੇਪੀ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲਾਏ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਇਹਨਾਂ ਕੋਲ ਚਿਹਰੇ ਹੀ ਹੈ ਨਹੀਂ, ਇਹਨਾਂ ਕੋਲ ਪੰਜਾਬ ਦੇ ਵਿੱਚ ਲੀਡਰਾਂ ਦੀ ਘਾਟ ਆ, ਨਾ ਪਹਿਲੀ ਕਤਾਰ ਦੇ ਤੇ ਨਾ ਦੂਜੀ ਕਤਾਰ ਦੇ, ਇਸ ਕਰਕੇ ਇਹ ਸਾਰੇ ਪਾਸਿਓਂ ਹੀ ਜਿਹੜੇ ਲੀਡਰ ਆ ਉਹਨਾਂ ਨੂੰ ਆਪਣੇ ਵਾਲੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ 'ਚ ਨੇ ਜੀ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਰਾਜਨੀਤੀ ਜਿਹੜੀ ਆ ਉਹ ਕਿਸਾਨ ਅੰਦੋਲਨ ਤੋਂ ਬਾਅਦ ਬਦਲ ਕੇ ਸਾਡੇ ਸਾਹਮਣੇ ਆਈ ਆ। ਬਿਲਕੁਲ। ਬਹੁਤ ਸਾਰੇ ਲੋਕ ਬੀਜੇਪੀ ਵਾਲੇ ਪਾਸੇ ਨੂੰ ਹੁਣ ਦੇਖ ਰਹੇ ਨੇ ਕਿਉਂਕਿ ਉਹਨਾਂ ਕੋਲ ਵਾਕਿਆ ਹੀ ਜਿਹੜੀ ਆ ਉਹ ਸੀਟਾਂ ਦੇ ਉੱਤੇ ਸੰਭਾਵੀ ਉਮੀਦਵਾਰਾਂ ਦੀ ਕਮੀ ਜਿਹੜੀ ਆ ਉਹ ਹਾਲੇ ਤੱਕ ਹੈ। ਬੇਸ਼ੱਕ ਉਹ ਪਿਛਲੇ 1 ਸਾਲ ਤੋਂ ਜਾਂ 2 ਸਾਲਾਂ ਤੋਂ ਜਾਂ 3 ਸਾਲ ਤੋਂ, ਜਦੋਂ ਉਹਨਾਂ ਦੀ ਹਾਲੇ 9 ਮਾਸ ਵਾਲਾ ਰਿਸ਼ਤਾ ਨਹੀਂ ਸੀ ਟੁੱਟਿਆ, ਉਦੋਂ ਤੋਂ ਵੀ ਉਹਨਾਂ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹ ਇੱਕ ਵੱਖਰੀ ਚੋਣ ਲੜਨ ਦੀ ਗੱਲ ਜਿਹੜੀ ਆ ਉਹ ਕਰਦੀ ਨਜ਼ਰ ਆਉਂਦੀ ਸੀ ਜੀ। ਤੇ ਹੁਣ ਜਦੋਂ ਤੋਂ 9 ਮਾਸ ਦਾ ਰਿਸ਼ਤਾ ਟੁੱਟ ਗਿਆ ਅਕਾਲੀ ਦਲ ਨਾਲ, ਉਸ ਤੋਂ ਬਾਅਦ ਤੇ ਉਹ ਬਿਲਕੁਲ ਸਾਹਮਣੇ ਆ ਰਹੇ ਸੀਗੇ ਕਿ ਅਸੀਂ 117 ਦੀਆਂ 117 ਸੀਟਾਂ ਜਿਹੜੀਆਂ ਲੜਨੀਆਂ। ਕਿਸਾਨ ਅੰਦੋਲਨ ਹਾਲਾਂਕਿ ਉਹਨਾਂ ਨੂੰ ਬਹੁਤ ਵੱਡੀ ਰੁਕਾਵਟ ਨਜ਼ਰ ਆਉਂਦੀ ਸੀ, ਪਰ ਹੁਣ ਉਹਨਾਂ ਨੇ ਉਹ ਰੁਕਾਵਟ ਜਿਹੜੀ ਉਹ ਵੀ ਸਰ ਕਰ ਲਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਰਾਜਨੀਤੀ ਉਹ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਨਜ਼ਰ ਆਵੇਗੀ। ਹੁਣ ਤੁਹਾਡੇ ਸਵਾਲ ਦੀ ਗੱਲ ਕਰੀਏ ਕਿ ਚਿਹਰੇ ਨੂੰ ਐਲਾਨਣਾ ਇਹ ਜਿਹੜਾ ਆ ਇਹ ਦੋਨਾਂ ਪਾਰਟੀਆਂ ਲਈ ਜਾਂ ਸਾਰੀਆਂ ਪਾਰਟੀਆਂ ਲਈ ਜਾਂ ਸਿਆਸੀ ਧਿਰਾਂ ਲਈ ਕੀ ਮਜਬੂਰੀ ਆ? ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਸੰਵਿਧਾਨ ਦੇ ਵਿੱਚ ਇਹ ਚਿਹਰਾ ਐਲਾਨਣਾ ਜਾਂ ਨਾ ਐਲਾਨਣਾ ਇਹਦਾ ਕਿਤੇ ਕੋਈ ਜ਼ਿਕਰ ਨਹੀਂ ਹੈਗਾ ਜੀ। ਲੋਕ ਸਭਾ ਦੀ ਜਦੋਂ 543 ਮੈਂਬਰਾਂ ਦੀ ਗੱਲ ਆਉਂਦੀ ਤਾਂ ਉੱਥੇ ਇਹ ਲਿਖਿਆ ਹੋਇਆ ਕਿ ਚੁਣੇ ਹੋਏ ਮੈਂਬਰ ਆਪਣੇ ਵਿੱਚੋਂ ਆਪਣਾ ਇੱਕ ਮੁਖੀ ਚੁਣਨਗੇ ਜਿਹਨੂੰ ਪ੍ਰਧਾਨ ਮੰਤਰੀ ਕਿਹਾ ਜਾਵੇਗਾ। ਉਹ ਪ੍ਰਧਾਨ ਮੰਤਰੀ ਫਿਰ ਸਲਾਹ ਦੇ ਨਾਲ ਕੈਬਨਿਟ ਚੁਣੇਗਾ, ਉਸ ਕੈਬਨਿਟ ਨੂੰ ਰਾਸ਼ਟਰਪਤੀ ਮਨਜ਼ੂਰੀ ਦਿੰਦੇ ਆ, ਸਹੁੰ ਚੁਕਾਉਂਦੇ ਆ ਤੇ ਫਿਰ ਜਿਹੜੀ ਆ ਉਹ ਲੋਕ ਸਭਾ ਦਾ ਗਠਨ ਹੋ ਜਾਂਦਾ। ਲਗਭਗ ਬਿਲਕੁਲ ਉਸੇ ਤਰ੍ਹਾਂ ਜਿਹੜੀ ਸਾਡੀ ਸਟੇਟ ਦੀ ਗਵਰਨਮੈਂਟ ਆ ਉੱਦਾਂ ਚੁਣੀ ਜਾਂਦੀ ਆ ਜੀ। ਜਦੋਂ ਅਸੀਂ ਸਾਰੀ ਦੁਨੀਆ ਦਾ ਰਾਜਨੀਤੀ, ਵੱਖ-ਵੱਖ ਤਰੀਕਿਆਂ ਦੀਆਂ ਸਰਕਾਰਾਂ, ਕਿਹੜੇ-ਕਿਹੜੇ ਫਾਰਮ ਆਫ ਗਵਰਨਮੈਂਟਸ ਦੁਨੀਆ ਦੇ ਵਿੱਚ ਨੇ, ਉਹਨਾਂ ਨੂੰ ਦੇਖਦੇ ਆ ਤੇ ਆਮ ਤੌਰ ਤੇ 3 ਚੀਜ਼ਾਂ ਸਾਹਮਣੇ ਆਉਂਦੀਆਂ ਜੀ। ਸੱਜੇ ਪੱਖੀ, ਖੱਬੇ ਪੱਖੀ ਤੇ ਸੈਂਟਰਿਸਟਿਕ, ਵਿਚਾਰਲਾ ਰਸਤਾ ਚਲਾਉਣ ਵਾਲੇ। ਸੱਜੇ ਪੱਖੀ ਅਸੀਂ ਕਹਿੰਦੇ ਜਿਹੜੇ ਕੈਪੀਟਲਿਸਟ ਨੇ, ਜਿੱਦਾਂ ਅਮਰੀਕਾ ਦੀ ਸਰਕਾਰ ਆ ਜਾਂ ਯੂਰਪ ਦੀਆਂ ਬਹੁਤੀਆਂ ਸਰਕਾਰਾਂ ਨੇ ਜਿੱਥੇ ਕਾਰਪੋਰੇਟ ਜਿਹੜੇ ਘਰਾਣੇ ਨੇ ਉਹ ਬਹੁਤ ਹਾਵੀ ਨੇ। ਖੱਬੇ ਪੱਖੀ ਅਸੀਂ ਦੇਖਦੇ ਸੀਗੇ ਵੀਅਤਨਾਮ ਹੈ, ਰੂਸ ਹੈ, ਚੀਨ ਹੈ, ਜਿੱਥੇ ਸਰਕਾਰੀ ਕੰਟਰੋਲ ਜਿਹੜਾ ਆ ਉਹ ਬਹੁਤਾ ਹੈ ਤੇ ਆਮ ਤੌਰ ਤੇ ਸਾਰਾ ਕੁਝ ਜੋ ਆ ਸਰਕਾਰ ਚਲਾਉਂਦੀ ਆ। ਕਮਿਊਨਿਸਟ ਟਾਈਪ ਆਫ ਜਿਹੜਾ ਹੈਗਾ ਆ ਜਿੱਥੇ ਸਾਧਨਾਂ ਦੀ ਵੰਡ ਦੀ ਅਸੀਂ ਗੱਲ ਕਰਦੇ ਹਾਂ ਕਿ ਬਰਾਬਰੀ ਵੱਲ ਨੂੰ ਤੁਰਦੇ ਨੇ। ਤੇ ਵਿਚਕਾਰਲਾ ਰਸਤਾ ਚੁਣਨ ਵਾਲੇ ਦੇਸ਼ ਉਹ ਨੇ ਜਿਹੜੇ ਬਾਅਦ ਵਿੱਚ ਆਜ਼ਾਦ ਹੋਏ ਨੇ, ਜਿਨ੍ਹਾਂ ਨੇ ਦੋਨਾਂ ਤੋਂ ਦੇਖ ਕੇ ਇੱਕ ਮਾਡਲ ਡਿਵੈਲਪ ਕਰ ਲਿਆ ਜਿਹਨੂੰ ਅਸੀਂ ਭਾਰਤ ਵੀ ਦੇਖਦੇ ਹਾਂ। ਇੱਥੇ ਵੀ ਹੁਣ ਅਸੀਂ ਬੀਤੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਬਹੁਤ ਸਾਰਾ ਸਾਡੀਆਂ ਸਰਕਾਰਾਂ ਦਾ ਵੀ ਜਿਹੜਾ ਦਰੋ ਮਦਾਰ ਆ, ਜੋ ਇਹਨਾਂ ਦੀ ਸੋਚਣ ਦਾ ਢੰਗ ਆ, ਉਹ ਸੱਜੇ ਪੱਖੀ ਵਾਲਿਆਂ ਵਰਗਾ ਹੀ ਹੋਣ ਜਾ ਰਿਹਾ ਹੈ। ਹਾਲਾਂਕਿ ਬੀਜੇਪੀ ਪਹਿਲਾਂ ਇਦਾਂ ਨਹੀਂ ਸੀ, ਇਸ ਤਰੀਕੇ ਦੇ ਨਾਲ ਨਹੀਂ ਸੀ ਸੋਚਦੀ, ਪਰ ਉਹਨਾਂ ਨੇ ਵੀ ਕਾਫੀ ਜਿਹੜਾ ਮੋੜ ਆ ਉਹ ਕੱਟ ਲਿਆ। ਪਰ ਆ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਉਹਨਾਂ ਜਿਸ ਤਰੀਕੇ ਨਾਲ ਉਹਨਾਂ ਨੇ ਯੂ ਟਰਨ ਲਿਆ, ਇਸ ਤੋਂ ਲੱਗਦਾ ਕਿ ਉਹ ਵੀ ਸੱਜੇ ਪੱਖੀ ਤੋਂ ਹੁਣ ਸੈਂਟਰਿਸਟਿਕ ਵਾਲੇ ਪਾਸੇ ਆ ਗਏ ਨੇ, ਜੇ ਬੇਸ਼ੱਕ ਹਾਲੇ ਖੱਬੇ ਪੱਖ ਵਾਲੇ ਪਾਸੇ ਉਹ ਨਹੀਂ ਗਏ।
ਤੇ ਅਸੀਂ ਜਾਣਦੇ ਹਾਂ ਕਿ ਜਦੋਂ ਚੋਣਾਂ ਹੁੰਦੀਆਂ ਨੇ ਤੇ ਫਿਰ ਉਹ ਲੋਕ ਚੁਣ ਕੇ ਆਉਂਦੇ ਨੇ, ਚੁਣ ਕੇ ਆਉਣ ਤੋਂ ਬਾਅਦ ਫਿਰ ਉਹ ਆਪਣਾ ਅਹੁਦਾ ਚੁਣਦੇ, ਆਪਣਾ ਮੁਖੀ ਚੁਣਦੇ ਸੀ ਜੀ। ਪਰ ਇਹ ਜਦੋਂ ਤੁਸੀਂ ਇੱਕ ਪ੍ਰਮੁੱਖ ਸ਼ਖਸੀਅਤ ਨੂੰ ਪਹਿਲਾਂ ਹੀ ਚੁਣ ਲੈਂਦੇ ਆ ਤੇ ਫਿਰ ਜਿਹੜੀਆਂ ਚੋਣਾਂ ਆ ਉਹਨਾਂ ਦੇ ਵਿੱਚ ਜਿਹੜਾ ਚੁਣਾਵ ਆ ਉਹ ਇਦਾਂ ਕਹਿ ਸਕਦੇ ਆ ਕਿ ਉਹ ਪਹਿਲਾਂ ਹੀ ਬਾਇਸਡ ਹੋ ਜਾਂਦਾ, ਉਹ ਪਹਿਲਾਂ ਹੀ ਇੱਕ ਪਾਸੜ ਹੋ ਜਾਂਦਾ, ਉਹਦੇ ਵਿੱਚ ਫਿਰ ਉਸ ਬੰਦੇ ਦੀ ਸ਼ਖਸੀਅਤ ਜਿਹੜੀ ਆ ਉਹ ਜ਼ਿਆਦਾ ਭਾਰੀ ਹੋ ਜਾਂਦੀ ਆ ਜੀ। ਚਾਹੇ ਅਸੀਂ ਉਹਦੇ ਚੋਂ ਕੁਝ ਕਮੀਆਂ ਹੋਰ ਵੀ ਲੱਭ ਸਕਦੇ ਹਾਂ। ਜੇ ਅਸੀਂ ਦਿੱਲੀ ਦੀਆਂ ਚੋਣਾਂ ਦੀ ਹੀ ਗੱਲ ਕਰੀਏ, ਇਸ ਨਵੀਂ ਪਾਰਟੀ ਦੀ ਹੀ ਗੱਲ ਕਰੀਏ ਤੇ ਬਾਕੀ ਕੈਂਡੀਡੇਟਸ ਨੂੰ ਕੋਈ ਜਾਣਦਾ ਤੱਕ ਨਹੀਂ ਸੀ। ਸਾਰੀ ਦੀ ਸਾਰੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਕੇਜਰੀਵਾਲ ਤੇ ਮੁਨੱਸਰ ਸੀ ਜੀ। ਜੇ ਇਸੇ ਤਰੀਕੇ ਅਸੀਂ 2014 ਜਾਂ 2019 ਦੀਆਂ ਚੋਣਾਂ ਦੀ ਗੱਲ ਕਰੀਏ ਤੇ ਸਾਰੀਆਂ ਦੀਆਂ ਸਾਰੀਆਂ ਚੋਣਾਂ ਜਿਹੜੀਆਂ ਆ ਉਹ ਇਸ ਤਰੀਕੇ ਲੜੀਆਂ ਗਈਆਂ ਜਿੱਥੇ ਇਦਾਂ ਨਜ਼ਰ ਆਉਂਦਾ ਸੀਗਾ ਕਿ ਭਾਰਤ ਦੇ ਵਿੱਚ ਹੋਰ 543 ਜਾਂ 542 ਸੀਟਾਂ ਤੇ ਕੋਈ ਬੰਦਾ ਲੜ ਹੀ ਨਹੀਂ ਰਿਹਾ। ਸਾਰੀ ਦੀ ਸਾਰੀ ਜਿਹੜੀ ਰਾਜਨੀਤੀ ਆ ਉਹ ਮੋਦੀ ਪੱਖੀ ਹੋ ਗਈ ਆ ਜਾਂ ਫਿਰ ਰਾਹੁਲ ਪੱਖੀ ਹੋ ਗਈ ਆ, ਉਹਨੂੰ ਜਾਣਬੁੱਝ ਕੇ ਇਦਾਂ ਦੀ ਬਣਾ ਦਿੱਤਾ ਗਿਆ। ਸੋ ਇਹ ਚਿਹਰਿਆਂ ਦੀ ਜਿਹੜੀ ਰਾਜਨੀਤੀ ਆ ਉਹਦੇ ਫਿਰ ਬਹੁਤ ਸਾਰੇ ਨੁਕਸਾਨ ਨੇ। ਜਦੋਂ ਚੋਣਾਂ ਤੁਸੀਂ ਇੱਕ ਬੰਦੇ ਦੇ ਨਾਮ ਤੇ ਲੜੀਆਂ ਨੇ ਜੀ, ਫਿਰ ਜਦੋਂ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਬਹਿਸ ਕਰਨੀ ਆ ਕਿਸੇ ਮੁੱਦੇ ਦੇ ਉੱਤੇ, ਅਸੀਂ ਜਾਣਦੇ ਹਾਂ ਕਿ ਲੋਕ ਸਭਾ ਦੇ ਵਿੱਚ ਫਿਰ ਵਿਧਾਨ ਘੜੇ ਜਾਂਦੇ ਨੇ, ਕਾਨੂੰਨ ਬਣਾਏ ਜਾਂਦੇ ਨੇ, ਪਾਲਿਸੀਆਂ ਦੀ ਜਿਹੜੀ ਆ ਉਹ ਘਾਲਣਾ ਹੁੰਦੀ ਆ ਕਿ ਕਿਹੜੀ ਪਾਲਿਸੀ ਦੇਸ਼ ਦੇ ਲਈ ਕਿਹੜੇ ਹੱਕ 'ਚ ਹੈ, ਕਿਹੜੀ ਹੱਕ 'ਚ ਨਹੀਂ ਹੈ। ਪਰ ਉੱਥੇ ਜਦੋਂ ਉਹ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਪਹਿਲਾਂ ਹੀ ਇੱਕ ਚਿਹਰੇ ਦੇ ਨੇ ਲੋਕ ਜਿੱਤੇ ਨੇ ਜੀ। ਹਾਲਾਂਕਿ ਉਹ ਬੰਦਾ ਕਹਿਣ ਨੂੰ ਤੇ ਜਲੰਧਰ ਦੀ ਸੀਟ ਤੋਂ ਜਾਂ ਹੁਸ਼ਿਆਰਪੁਰ ਦੀ ਸੀਟ ਤੋਂ ਜਾਂ ਵਾਇਨਾਡ ਦੀ ਸੀਟ ਤੋਂ ਜਾਂ ਵਾਰਾਣਸੀ ਦੀ ਸੀਟ ਤੋਂ ਜਿੱਤ ਕੇ ਇੱਕ ਮੈਂਬਰ ਆਇਆ, ਉਹਨੇ ਆਪਣੇ ਹਲਕੇ ਦੀ ਗੱਲ ਕਰਨੀ ਆ। ਪਰ ਉੱਥੇ ਤਾਂ ਪਹਿਲਾਂ ਹੀ ਹੁੰਦਾ ਕਿ ਜੋ ਪ੍ਰਧਾਨ ਮੰਤਰੀ ਨੇ ਜਾਂ ਜੋ ਉਸ ਵਿਅਕਤੀ ਵਿਸ਼ੇਸ਼ ਨੇ ਗੱਲ ਕਰਨੀ ਆ, ਸਾਰਿਆਂ ਨੇ ਹੀ ਉਹੀ ਗੱਲ ਜਿਹੜੀ ਆ ਉਹ ਕਰਨੀ ਆ। ਇਸੇ ਤਰੀਕੇ ਦੇ ਨਾਲ ਫਿਰ ਉਹ ਸਟੇਟ ਦੀਆਂ ਜਿਹੜੀਆਂ ਅਸੈਂਬਲੀਜ਼ ਆ ਉੱਥੇ ਵੀ ਉਹੀ ਕੁਝ ਹੁੰਦਾ, ਕਿਉਂਕਿ ਡੀਲ ਫਾਰਮ ਆਫ ਗਵਰਨਮੈਂਟ ਆ, ਸਟੇਟਸ ਦੀ ਆਪਣੀ ਸਰਕਾਰ ਆ, ਕੇਂਦਰ ਦੀ ਆਪਣੀ ਸਰਕਾਰ ਆ ਤੇ ਸਾਰੇ ਦਾ ਸਾਰਾ ਜਿਹੜਾ ਮਸਲਾ ਆ ਉਹ ਉੱਥੇ ਦਾ ਉੱਥੇ ਹੀ ਖੜਾ ਰਹਿ ਜਾਂਦਾ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਵੱਡੇ ਫੈਸਲੇ ਜਿਹੜੇ ਆ ਕੈਬਨਿਟ ਦੀ ਮੀਟਿੰਗ 'ਚ ਲਏ ਜਾਂਦੇ ਆ, ਪਰ ਤੁਹਾਨੂੰ ਲੱਗਦਾ ਹੈ ਜਿੱਦਾਂ ਦਾ ਅਸੀਂ 7-8 ਸਾਲ ਤੋਂ ਸ਼ਾਸਨ ਦੇਖ ਰਹੇ ਹਾਂ ਜਾਂ ਉਸ ਤੋਂ ਪਿਛਲੇ ਸ਼ਾਸਨਾਂ ਨੂੰ ਵੀ ਜੇ ਅਸੀਂ ਦੇਖ ਲਈਏ ਤੇ ਕੈਬਨਿਟ ਦੇ ਵਿੱਚ ਕੋਈ ਮੰਤਰੀ ਪ੍ਰਧਾਨ ਮੰਤਰੀ ਦੇ ਰੱਖੇ ਹੋਏ ਪ੍ਰਸਤਾਵ ਦੇ ਵਿੱਚ ਕੋਈ ਕਮੀ ਵੀ ਕੱਢ ਸਕਦਾ ਹੋਵੇ ਜਾਂ ਕੋਈ ਹੀਲ ਹੁਜਤ ਵੀ ਕਰ ਸਕਦਾ ਹੋਵੇ। ਬਿਲਕੁਲ ਉੱਥੇ ਉਹੀ ਕੁਝ ਹੋਣਾ ਆ ਜੋ ਪ੍ਰਧਾਨ ਮੰਤਰੀ ਨੇ ਕਹਿ ਦੇਣਾ ਤੇ ਉਹ ਜਿਹੜੀ ਉੱਥੇ ਫਿਰ ਸਹਿਮਤੀ ਆ ਜਾਂ ਬਹਿਸ ਆ ਉਹ ਸਿਰਫ ਇੱਕ ਨਾਟਕ ਜਾਂ ਇੱਕ ਝੋਲਾ ਜਾਂ ਇੱਕ ਡਰਾਮਾ ਸਮਝ ਕੇ ਰਹਿ ਜਾਂਦੀ ਆ, ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਆ। ਪਰ ਕੁੱਲ ਮਿਲਾ ਕੇ ਉਹ ਜਿਹੜੀ ਸਾਰੀ ਕਹਾਣੀ ਆ ਉਹ ਇੱਕ ਸ਼ਖਸ ਦੇ ਉੱਤੇ ਹੀ ਟਿਕੀ ਹੋਈ ਰਹਿ ਜਾਂਦੀ ਹੈ। ਸੋ ਭਾਰਤ ਵਰਗੇ ਦੇਸ਼ ਦੇ ਵਿੱਚ ਜੇਕਰ ਅਸੀਂ ਇਸ ਪ੍ਰਥਾ ਤੋਂ ਬਚਣਾ ਹੈ ਤਾਂ ਫਿਰ ਇਹਨਾਂ ਰਾਜਨੀਤਿਕ ਪਾਰਟੀਆਂ ਤੋਂ ਜਾਂ ਇਹਨਾਂ ਰਾਜਨੀਤਿਕ ਪਰਿਵਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈਗੀ। ਇਹਦੇ ਲਈ ਫਿਰ ਸਾਡੇ ਲੋਕਾਂ ਨੂੰ ਹੀ ਉੱਠਣਾ ਪਵੇਗਾ, ਲੋਕਾਂ ਦੇ ਵਿੱਚ ਹੀ ਜਿਹੜੀ ਇੱਕ ਰਾਜਨੀਤਿਕ ਸੋਚ ਡਿਵੈਲਪ ਹੋਵੇਗੀ, ਫਿਰ ਹੀ ਜਾ ਕੇ ਇਸ ਤੋਂ ਬਚਾਅ ਹੋ ਸਕਦਾ। ਇਸ ਦੌਰ ਦੇ ਵਿੱਚ ਕਿਸਾਨ ਅੰਦੋਲਨ ਨੂੰ ਵੀ ਤੁਸੀਂ ਜੋੜ ਕੇ ਦੇਖੋਗੇ ਤਾਂ ਇਦਾਂ ਲੱਗਦਾ ਕਿ ਇਹਨਾਂ ਨੇ ਕੁਝ ਨਵੀਂ ਜਿਹੜੀ ਇੱਕ ਊਰਜਾ ਜ਼ਰੂਰ ਦੁਨੀਆ ਨੂੰ ਦਿੱਤੀ ਆ। ਭਾਰਤ ਲਈ ਵੀ ਉਹ ਇੱਕ ਵੱਡੀ ਗੱਲ ਆ। ਪਰ ਜਿਹੜੀ ਚਿਹਰਿਆਂ ਦੀ ਰਾਜਨੀਤੀ ਆ ਜਾਂ ਮੁੱਖ ਮੰਤਰੀ ਨੂੰ ਐਲਾਨ ਦੇਣਾ ਜਾਂ ਇੱਕ ਪ੍ਰਧਾਨ ਮੰਤਰੀ ਦੇ ਨਾਮ ਤੇ ਚੋਣਾਂ ਲੜਨੀਆਂ ਜਿਹੜੀਆਂ ਉਹ ਲੋਕਤੰਤਰ ਕਦਰਾਂ ਕੀਮਤਾਂ ਦੇ ਵਿੱਚ ਕਿਤੇ ਫਿੱਟ ਨਹੀਂ ਬੈਠਦੀਆਂ। ਉਹ ਫਿੱਟ ਬੈਠਦੀਆਂ ਨੇ ਸਿਰਫ ਔਰ ਸਿਰਫ ਉਹਨਾਂ ਸਿਆਸੀ ਧਿਰਾਂ ਨੂੰ ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ। ਜਿੱਦਾਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਹਿਣ ਨੂੰ ਤਾਂ ਅਸੀਂ ਲੋਕਤੰਤਰਿਕ ਦੇਸ਼ ਹਾਂ, ਪਰ ਲੋਕਤੰਤਰਿਕ ਸਰਕਾਰਾਂ ਦਾ ਜਿਹੜਾ ਕੰਮ ਹੈ ਉਹ ਹੈ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ। ਪਰ ਇੱਥੇ ਸਰਕਾਰਾਂ ਜਿਸ ਦਿਨ ਸਰਕਾਰ ਬਣਾਉਂਦੀਆਂ ਨੇ ਉਸੇ ਦਿਨ ਹੀ ਇਹਨਾਂ ਦਾ ਜਿਹੜਾ ਮੇਨ ਕੰਮ ਇਹ ਹੁੰਦਾ ਕਿ ਅਗਲੀ ਵਾਰ ਅਸੀਂ ਸਰਕਾਰ ਕਿੱਦਾਂ ਬਣਾਉਣੀ ਹੈ। ਸੋ ਜਿਹੜੀਆਂ ਸਾਰੀਆਂ ਪਾਲਿਸੀਆਂ ਨੇ ਉਹ ਉਸੇ ਤਰੀਕੇ ਨਾਲ ਘੜੀਆਂ ਜਾਂਦੀਆਂ ਨੇ। ਉਹਨਾਂ ਪਾਲਿਸੀਆਂ ਵਰਗੀ ਹੀ ਇੱਕ ਇਹ ਪਾਲਿਸੀ ਆ ਕਿ ਚਿਹਰਾ ਇੱਕ ਵੱਡਾ ਐਲਾਨ ਕਰਕੇ ਉਹਦੇ ਨਾਮ ਤੇ ਚੋਣਾਂ ਲੜੀਆਂ ਜਾਣ, ਜਦ ਕਿ ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇਸੇ ਚੀਜ਼ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਵੀ ਭੁਗਤਿਆ, ਇਸ ਵਾਰ ਵੀ ਉਹ ਭੁਗਤ ਰਹੇ ਨੇ। ਤੇ ਜੇਕਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਨੂੰ ਸਾਰੇ ਸਵਾਲ ਪੁੱਛਦੇ ਨੇ ਕਿ ਉਹਨਾਂ ਦਾ ਚਿਹਰਾ ਕੌਣ ਹੈ, ਤੇ ਕਾਂਗਰਸ ਵਾਲੇ ਕੀ ਦੱਸ ਸਕਦੇ ਨੇ ਕਿ ਉਹਨਾਂ ਦਾ ਚਿਹਰਾ ਕੌਣ ਹੈ ਜੀ। ਤੇ ਬੀਜੇਪੀ ਹਾਲੇ ਚਲੋ ਇਲੈਕਸ਼ਨ ਦੇ ਵਿੱਚ ਹਾਲੇ ਖੜੇ ਹੋਣਾ ਹੈ, ਉਹਨਾਂ ਨੇ ਹਾਲੇ ਤਾਂ ਰਿੜਦੇ ਹੀ ਪਏ ਨੇ ਕਿ ਉਹਨਾਂ ਨੇ ਆਪਣਾ ਕੋਈ ਚਿਹਰਾ ਐਲਾਨ ਕੀਤਾ। ਕੈਪਟਨ ਸਾਹਿਬ ਵੀ ਕੋਈ ਹਾਲੇ ਤੱਕ ਚਿਹਰਾ ਦੇ ਨਹੀਂ ਸਕੇ। ਸੋ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਨੇ ਲੋਕਤੰਤਰਕ ਦੇ ਵਿੱਚ ਵੱਡੀਆਂ ਰਾਜਨੀਤਿਕ ਧਿਰਾਂ ਵੱਲੋਂ ਸਿਆਸੀ ਫਾਇਦੇ ਲੈਣ ਲਈ ਹੀ ਘੜੀਆਂ ਬਣਾਈਆਂ ਜਾਂਦੀਆਂ ਨੇ। ਜੀ ਸ਼ਰਮਾ ਜੀ, ਲੱਗਦਾ ਹੈ ਕਿ ਜਿਹੜੀ ਹੁਣ ਸਿਆਸਤ ਹੈ ਉਹ ਆ ਕੇ ਚਿਹਰਿਆਂ ਤੇ ਖੜੀ ਹੋ ਗਈ ਹੈ, ਚਿਹਰਿਆਂ ਦੀ ਸਿਆਸਤ ਹੋ ਗਈ ਹੈ। ਸੋ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ब्रेक तो बाद स्वागत है।
ਸ਼ਰਮਾ ਜੀ, ਹੁਣ ਅਸੀਂ ਗੱਲ ਕਰ ਲਈਏ ਉਸ ਮੰਦਭਾਗੀ ਘਟਨਾ ਦੀ ਜੋ ਨਾਗਾਲੈਂਡ ਵਿੱਚ ਵਾਪਰੀ। ਨਾਗਾਲੈਂਡ ਵਿੱਚ ਫੌਜ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਜਿਸ ਵਿੱਚ 14 ਵਿਅਕਤੀ ਮਾਰੇ ਗਏ ਤੇ ਬਹੁਤ ਸਾਰੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਕੀ ਕਹਿਣਾ ਚਾਹੋਗੇ ਕਿ ਆਖਿਰ ਉਹ ਫੌਜ ਜਿਹੜੀ ਲੋਕਾਂ ਦੀ ਰਾਖੀ ਲਈ ਹੁੰਦੀ ਹੈ, ਜਦੋਂ ਉਸ ਵੱਲੋਂ ਹੀ ਹਥਿਆਰ ਚੁੱਕ ਲਏ ਜਾਣ, ਭਾਵੇਂ ਉਹ ਗਲਤੀ ਨਾਲ ਹੀ ਕਿਉਂ ਨਾ ਹੋਣ, ਤਾਂ ਲੋਕ ਕਿੱਥੇ ਜਾਣ? ਦੇਖੋ, ਬਿਲਕੁਲ ਤੁਸੀਂ ਦੱਸਿਆ ਕਿ ਬਹੁਤ ਹੀ ਇਹ ਮੰਦਭਾਗੀ ਘਟਨਾ ਹੈ ਜੀ। ਕਿਸੇ ਵੀ ਜਾਨ ਦਾ ਚਲੇ ਜਾਣਾ, ਕਿਸੇ ਵੀ ਇਨਸਾਨ ਦੀ ਗੋਲੀ ਨਾਲ ਮੌਤ ਹੋ ਜਾਣੀ, ਬਹੁਤ ਹੀ ਮੰਦਭਾਗੀ ਘਟਨਾ ਹੈ ਜੀ। ਉਹ ਵੀ ਜੇ ਇਕੱਠਿਆਂ ਹੀ 14 ਹੋ ਜਾਣ ਤੇ ਹੋਰ ਵੀ ਮਾੜੀ ਗੱਲ ਹੈ। ਫੌਜ ਦੀ ਜਿੰਨੀ ਕੁ ਰਿਸਪੈਕਟ ਆਮ ਸਿਵਿਲੀਅਨਸ ਕਰਦੇ ਆ, ਸ਼ਾਇਦ ਸਾਡੇ ਲੀਡਰ ਨਾ ਕਰਦੇ ਹੋਣ ਜੀ। ਫੌਜ ਨੂੰ ਦੇਖ ਕੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਨੇ ਸੜਕ ਤੇ ਜੇ ਕਿਤੇ ਗੱਡੀ ਦੇਖ ਲੈਣ ਤਾਂ ਸਲੂਟ ਦੀ ਅਵਸਥਾ 'ਚ ਖੜੇ ਹੋ ਜਾਂਦੇ ਨੇ ਜੀ। ਸਾਨੂੰ ਯਾਦ ਆ ਜਦੋਂ ਅਸੀਂ ਛੋਟੇ ਸੀ, ਪਿੰਡ ਦੇ ਵਿੱਚ ਫੌਜ ਵਾਲੇ ਕਈ ਵਾਰ ਕੈਂਪ ਲਾਉਂਦੇ ਸੀ ਤੇ ਸਾਰਾ ਪਿੰਡ ਉਹਨਾਂ ਨੂੰ ਸਹੂਲਤ ਦੀਆਂ ਚੀਜ਼ਾਂ ਦੇਣ ਲਈ ਤਤਪਰ ਰਹਿੰਦਾ ਸੀ, ਚਾਹੇ ਉਹ ਪਾਣੀ ਹੋਵੇ, ਚਾਹੇ ਕੋਈ ਲੱਸੀ ਹੋਵੇ, ਚਾਹੇ ਕੋਈ ਹੋਰ ਪਿੰਡ ਦੇ ਵਿੱਚੋਂ ਜਿਹੜੀ ਵੀ ਚੀਜ਼ ਉਹਨਾਂ ਨੂੰ ਦਿੱਤੀ ਜਾ ਸਕਦੀ ਹੋਵੇ ਜੀ। ਤੇ ਇੱਕ ਟਫ ਲਾਈਫ ਸਟਾਈਲ ਇੱਕ ਫੌਜੀ ਦਾ ਰਹਿੰਦਾ ਆ, ਘਰੋਂ ਬਾਹਰ ਰਹਿੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਜਿਹੜੀਆਂ ਉਹ ਝੱਲਣੀਆਂ ਪੈਂਦੀਆਂ ਨੇ, ਬਹੁਤ ਸਾਰੀਆਂ ਮੁਸੀਬਤਾਂ ਨਾਲ ਰੋਜ਼ ਉਹਨਾਂ ਨੂੰ ਦੋ ਚਾਰ ਹੋਣਾ ਪੈਂਦਾ। ਤੇ ਇੱਥੇ ਜਿਹੜੀ ਘਟਨਾ ਹੋਈ ਆ ਉਹ ਦੱਸਿਆ ਇਹ ਜਾ ਰਿਹਾ ਕਿ ਇੱਕ ਮਿਸ ਅੰਡਰਸਟੈਂਡਿੰਗ ਹੋ ਗਈ, ਉਹਨਾਂ ਨੂੰ ਸੂਹ ਸੀ ਕਿ ਇੱਥੇ ਕੋਈ ਜਿਹੜੇ ਜਿਨ੍ਹਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਆ ਉਹ ਕੋਈ ਸੰਗਠਨ ਦੇ ਲੋਕ ਨੇ ਤੇ ਅਸਲ ਦੇ ਵਿੱਚ ਉਹ ਲੋਕ ਜਿਹੜੇ ਆ ਉਹ ਆਮ ਲੇਬਰ ਕਲਾਸ ਦੇ ਲੋਕ ਸੀ। ਵੈਨ ਦੇ ਵਿੱਚ ਜਾ ਰਹੇ ਸੀ ਤੇ ਫੌਜ ਨੇ ਗੋਲੀ ਚਲਾਈ ਤੇ ਉੱਥੇ 13 ਲੋਕ ਜਿਹੜੇ ਆ ਉਹ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। 11 ਦੇ ਉਸ ਤੋਂ ਵੱਧ ਕੁਝ ਲੋਕ ਜਿਹੜੇ ਜ਼ਖਮੀ ਦੱਸੇ ਜਾਂਦੇ ਨੇ। ਦੋ ਜਗ੍ਹਾ ਤੇ ਅਸਲ ਦੇ ਵਿੱਚ ਕਹਾਣੀ ਹੋਈ ਆ। ਮੁੜ ਕੇ ਫੌਜ ਨੂੰ ਵੀ ਲੋਕਾਂ ਨੇ ਘੇਰ ਕੇ ਉਹਨਾਂ ਦੀਆਂ ਗੱਡੀਆਂ ਗੁੱਡੀਆਂ ਭੰਨੀਆਂ ਤੇ ਇੱਕ ਸੈਨਿਕ ਦੀ ਮੌਤ ਵੀ ਦੱਸੀ ਜਾਂਦੀ ਆ ਜੀ। ਤੁਸੀਂ ਇਹਨੂੰ ਜਦੋਂ ਅਸੀਂ ਹਰਪ੍ਰੀਤ ਜੀ ਇੰਨੀ ਹੀ ਘਟਨਾ ਨੂੰ ਦੇਖਦੇ ਹਾਂ ਤਾਂ ਇਟ ਇਜ਼ ਜਸਟ ਐਨ ਐਕਸੀਡੈਂਟ। ਉਹਦੀ ਨਿੰਦਾ ਕੀਤੀ ਜਾਣੀ ਚਾਹੀਦੀ ਆ, ਉਹਦੇ ਤੇ ਸਬਕ ਲਿਆ ਜਾ ਸਕਦਾ ਕਿ ਅੱਗੇ ਤੋਂ ਧਿਆਨ ਰੱਖਿਆ ਜਾਵੇ ਜੀ। ਪਰ ਜਿਹੜੇ ਬੰਦੇ ਚਲੇ ਗਏ ਇਸ ਅਣਗਹਿਲੀ ਦੇ ਨਾਲ, ਉਹਨਾਂ ਦਾ ਤਾਂ ਕੋਈ ਵਾਰਸ ਜਾਂ ਕੋਈ ਵਾਪਸੀ ਦਾ ਤਾਂ ਕੋਈ ਸਬੱਬ ਨਹੀਂ ਹੈਗਾ ਜੀ। ਨੁਕਸਾਨ ਜਿਹੜਾ ਆ ਉਹ ਅਸਹਿ ਆ। ਜਦੋਂ ਫੈਮਿਲੀ ਦੇ ਵਿੱਚੋਂ ਕੋਈ ਚਲਾ ਜਾਂਦਾ ਫਿਰ ਹੀ ਪਤਾ ਲੱਗਦਾ ਕਿ ਉਹ ਜਿਹੜੀ ਸਮੱਸਿਆ ਆ ਉਹ ਕਿੰਨੀ ਗੰਭੀਰ ਆ ਜੀ। ਜ਼ਾਹਿਰਾ ਤੌਰ ਤੇ ਉਹ ਲੇਬਰ ਕਲਾਸ ਦੇ ਲੋਕ ਸਨ ਤੇ ਪੱਕੀ ਗੱਲ ਆ ਕਿ ਉਹ ਘਰ ਦੇ ਵਿੱਚ ਕਮਾ ਕੇ ਰੋਟੀ ਖਵਾਉਣ ਵਾਲੇ ਵੀ ਹੋਣਗੇ। ਫੌਜ ਨੇ ਵੀ ਇਨਕੁਆਇਰੀ ਦੇ ਹੁਕਮ ਦਿੱਤੇ ਨੇ, ਸਟੇਟ ਨੇ ਵੀ ਉਸ ਕੁਝ ਫੌਜ ਦੇ ਲੋਕਾਂ ਦੇ ਉੱਤੇ ਪਰਚੇ ਦਰਜ ਕੀਤੇ ਨੇ, ਇਨਕੁਆਇਰੀ ਦੀ ਗੱਲ ਕੀਤੀ ਆ, ਜਾਂਚ ਦੀ ਗੱਲ ਕੀਤੀ ਆ। ਪਰ ਇਹਦੇ 'ਚ ਜੀ ਸ਼ਰਮਾ ਜੀ, ਜੇ ਅਸੀਂ ਦੇਖੀਏ ਤਾਂ ਕਿਉਂਕਿ ਇਸ ਵੇਲੇ ਨਾਗਾਲੈਂਡ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਇਸ ਦੇ ਲਈ ਜਵਾਬਦੇਹ ਵੀ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਉਹਨਾਂ ਦਾ ਕਹਿਣਾ ਇਹ ਹੈ ਕਿ ਵੀ ਅੱਤਵਾਦੀਆਂ ਦੇ ਇੱਕ ਸਮੂਹ ਨੂੰ ਫੜਨ ਲਈ ਫੌਜ ਜਾ ਰਹੀ ਸੀ ਤੇ ਉਸੇ ਚੱਕਰ ਦੇ ਵਿੱਚ ਹੀ ਉਹਨਾਂ ਨੇ ਉਸੇ ਗਲਤਫਹਿਮੀ ਦੇ ਵਿੱਚ ਹੀ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਗ੍ਰਹਿ ਮੰਤਰੀ ਦਾ ਇਹੋ ਜਿਹਾ ਜਿਹੜਾ ਬਿਆਨ ਹੈ ਉਹ ਤਸੱਲੀ ਬਖਸ਼ ਹੈ? ਨਹੀਂ, ਇੱਥੇ ਗੱਲ ਇੱਕ ਆ ਜਿਹੜੀ ਅਸੀਂ ਅਕਸਰ ਸੁਣਦੇ ਆ ਜਦੋਂ ਕੋਈ ਘਟਨਾ ਹੁੰਦੀ ਆ ਤੇ ਜਿਸ ਵੀ ਪਾਰਟੀ ਦੀ ਸਰਕਾਰ ਆ ਉਹ ਇਹ ਗੱਲ ਕਹਿੰਦੀ ਆ ਕਿ ਇੱਥੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ ਤੇ ਜਿਹੜੀ ਵਿਰੋਧੀ ਧਿਰ ਦੀ ਸਰਕਾਰ ਆ ਜਾਂ ਵਿਰੋਧੀ ਧਿਰ ਦੀ ਪਾਰਟੀ ਆ, ਵਿਰੋਧੀ ਧਿਰ ਆ, ਉਹ ਪਹਿਲਾਂ ਹੀ ਜਿੱਦਾਂ ਤਿਆਰ ਹੁੰਦੇ ਆ ਆਪਣੇ ਸ਼ਬਦ ਲੈ ਕੇ ਕਿ ਅਸੀਂ ਤੇ ਰਾਜਨੀਤੀ ਜਿਹੜੀ ਆ ਉਹ ਕਰਾਂਗੇ। ਬਿਲਕੁਲ। ਪਰ ਇਸ ਮੁੱਦੇ ਦੇ ਉੱਤੇ ਰਾਜਨੀਤੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਤੁਸੀਂ ਸੈਨਾ ਦੇ ਉੱਤੇ ਸਵਾਲ ਨਹੀਂ ਕਰ ਸਕਦੇ ਕਿ ਉਹਨਾਂ ਨੇ ਜਾਣਬੁੱਝ ਕੇ ਸਿਵਿਲੀਅਨਸ ਨੂੰ ਮਾਰਿਆ ਹੋਊਗਾ। ਇਹੋ ਜਿਹੀ ਕੋਈ ਘਟਨਾ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਜੀ। ਫਿਰ ਉੱਥੇ ਸਰਕਾਰ ਬੀਜੇਪੀ ਦੀ ਕੋਲੀਸ਼ਨ ਵਾਲੀ ਗਵਰਨਮੈਂਟ ਹੋਵੇ ਜਾਂ ਕਾਂਗਰਸ ਵਾਲੀ ਹੋਵੇ ਜਾਂ ਕੋਈ ਨਾਗਾ ਫਰੰਟ ਦੀ ਹੋਵੇ, ਉਹ ਕੋਈ ਵੱਡਾ ਵਿਸ਼ਾ ਨਹੀਂ ਹੈਗਾ। ਵਿਸ਼ਾ ਇਹ ਆ ਕਿ ਇਹ ਇੱਕ ਮਿਸ ਅੰਡਰਸਟੈਂਡਿੰਗ ਜਾਂ ਗਲਤੀ ਨਾਲ ਹੋਈ ਕੋਈ ਘਟਨਾ ਆ, ਪਰ ਉਹ ਜਿਹੜੀ ਗਲਤੀ ਆ ਉਹਨੂੰ ਭੁਗਤਣ ਲਈ ਜਿਹੜਾ ਹਰਜਾਨਾ ਆ ਉਹ ਬਹੁਤ ਵੱਡਾ ਆ। ਉਹਦੇ 'ਚ 14 ਲੋਕਾਂ ਦੀ ਜਾਨ ਆ ਜੀ। ਇਹਦਾ ਇੱਕ ਦੂਸਰਾ ਪਹਿਲੂ ਹੋ ਸਕਦਾ ਕਿ ਇਕਵਿਪਮੈਂਟਸ, ਜਾਣਕਾਰੀ ਫੌਜ ਨੂੰ ਕਿੱਥੋਂ ਮਿਲਦੀ ਆ, ਕੀ ਉਹਦੇ 'ਚ ਕਮੀ ਰਹੀ ਜੀ। ਜਿਨ੍ਹਾਂ ਨੇ ਉਹ ਇਨਪੁਟ ਲਈ ਕਿ ਉਹਨਾਂ ਨੇ ਉਹ ਸਹੀ ਡਿਲੀਵਰ ਕੀਤੀ ਉਸ ਫਰੰਟ ਲਾਈਨ ਤੇ ਚੱਲਣ ਵਾਲੀ ਟੁਕੜੀ ਨੂੰ ਕਿ ਉਹ ਗੱਡੀ ਕਿਹੜੀ ਆ ਤੇ ਉਹਦਾ ਨੰਬਰ ਕੀ ਆ, ਇਹੋ ਜਿਹੀਆਂ ਕੁਝ ਘਟਨਾਵਾਂ। ਦੂਸਰੀ ਇੱਕ ਗੱਲ ਹੋ ਰਿਹਾ ਕਿ ਜੇਕਰ ਇਨ ਸਟੇਟ ਕਿਸੇ ਵੀ ਰਾਜ ਦੇ ਅੰਦਰ ਦੀ ਜਿਹੜੀ ਘਟਨਾ ਆ ਉੱਥੇ ਸੈਨਾ ਦੀ ਵਰਤੋਂ ਕਿਉਂ ਕੀਤੀ ਜਾਂਦੀ ਆ, ਉੱਥੇ ਪੁਲਿਸਿੰਗ ਕਿਉਂ ਜਿਹੜੀ ਆ ਉਹ ਕਾਮਯਾਬ ਨਹੀਂ ਹੁੰਦੀ ਜੀ। ਕਿਉਂਕਿ ਪੁਲਿਸਿੰਗ ਫਿਰ ਲੋਕਲਸ ਨਾਲ ਉਹਨਾਂ ਦੇ ਕਿਤੇ ਨਾ ਕਿਤੇ ਥੋੜੇ ਬਹੁਤ ਰਾਬਤਾ ਹੁੰਦਾ ਹੈ, ਜਾਣ ਪਛਾਣ ਹੁੰਦੀ ਹੈ, ਲੋਕਾਂ ਦੀ ਥੋੜੀ ਬਹੁਤੀ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ। ਬਿਲਕੁਲ। ਸੈਨਾ ਜਿਹੜੀ ਆ ਉਹ ਲੋਕਲਸ ਤੋਂ ਬਿਲਕੁਲ
ਜਾਣਕਾਰ ਨਹੀਂ ਹੁੰਦੀ। ਕਈ ਵਾਰ ਤੇ ਸਾਡੇ ਕੋਲ ਇੱਥੇ ਸੈਨਾ ਦੇ ਪੰਜਾਬ 'ਚ ਲੋਕ ਆਉਂਦੇ ਨੇ ਤੇ ਉਹ ਹੋਰ ਭਾਸ਼ੀ ਹੁੰਦੇ ਨੇ, ਉਹਨਾਂ ਨੂੰ ਉਸ ਗੱਲ ਦਾ ਵੀ ਬਹੁਤਾ ਸਮਝ ਨਹੀਂ ਹੁੰਦੀ ਕਿ ਕੌਣ ਹੈ ਤੇ ਕੌਣ ਨਹੀਂ। ਬਿਲਕੁਲ ਸੈਨਾ ਤੋਂ ਜਿਹੜਾ ਕੰਮ ਆ ਉਹ ਬਾਰਡਰ ਦੇ ਉੱਤੇ ਹੀ ਲਿਆ ਜਾਵੇ ਤੇ ਉਹ ਚੰਗਾ, ਪਰ ਅਸੀਂ ਫਿਰ ਗੱਲ ਉਹੀ ਕਰਦੇ ਹਾਂ ਕਿ ਇਹ ਜਿਹੜੀ ਘਟਨਾ ਆ ਉਹ ਇੱਕ ਅਣਗਹਿਲੀ ਵਾਲੀ ਘਟਨਾ ਵੀ ਤੁਸੀਂ ਕਹਿ ਸਕਦੇ ਹੋ ਜਾਂ ਗਲਤ ਜਾਣਕਾਰੀ ਵਾਲੀ ਘਟਨਾ ਵੀ ਆ। ਤੇ ਦੂਸਰੀ ਗੱਲ ਇਹ ਵੀ ਆ ਕਿ ਸਾਡੇ ਜਿਹੜੇ ਇਹ ਜਿਹੜੀਆਂ ਫੋਰਸਿਸ ਦੇ ਆਦਮੀ ਨੇ ਕਿ ਇਹਨਾਂ ਨੂੰ ਕਿੰਨਾ ਕਿ ਇਹਨਾਂ ਤੋਂ ਕੰਮ ਲਿਆ ਜਾਂਦਾ, ਕਿੰਨੀਆਂ ਕਿ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ, ਕਿੰਨੀਆਂ ਕਿ ਇਹਨਾਂ ਨੂੰ ਛੁੱਟੀਆਂ ਦਿੱਤੀਆਂ ਜਾਂਦੀਆਂ। ਜੇ ਇਸੇ ਘਟਨਾ ਦੇ ਮੱਦੇਨਜ਼ਰ ਅਸੀਂ ਪੰਜਾਬ ਪੁਲਿਸ ਜਾਂ ਦੂਜੀਆਂ ਫੋਰਸਿਸ ਦੇ ਵਿੱਚ ਜਿਹੜੀਆਂ ਆਮ ਆਤਮ ਹੱਤਿਆ ਵਰਗੀਆਂ ਘਟਨਾਵਾਂ ਘਟਦੀਆਂ ਨੇ ਉਹਨਾਂ ਦਾ ਜ਼ਿਕਰ ਕਰੀਏ ਤੇ ਫਿਰ ਸਮਝ ਆਉਂਦੀ ਆ ਕਿ ਬਹੁਤ ਟਫ ਸਟਾਈਲ ਦੇ ਉੱਤੇ ਇਹ ਲੋਕ ਆਪਣੀ ਨੌਕਰੀ ਨੂੰ ਅੰਜਾਮ ਦਿੰਦੇ ਨੇ। ਇਹਨਾਂ ਲਈ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਹੈ, ਘਰਾਂ ਤੋਂ ਬਹੁਤ ਲੰਬਾ ਸਮਾਂ ਦੂਰ ਰਹਿੰਦੇ ਨੇ, ਪਰਿਵਾਰਾਂ ਤੋਂ ਵੀ ਦੂਰ ਰਹਿੰਦੇ ਨੇ। ਤੇ ਇਹੋ ਜਿਹੀ ਸਥਿਤੀ ਦੇ ਵਿੱਚ ਫਿਰ ਜਿਹੜੀ ਮਾਨਸਿਕ ਸਥਿਤੀ ਤੋਂ ਉਹ ਗੁਜ਼ਰਦੇ ਨੇ, ਇੱਕ ਸਿਪਾਹੀ ਇੱਕ ਫੌਜੀ ਜਦੋਂ ਛੁੱਟੀ ਮੰਗਦਾ ਉਹਨੂੰ ਨਹੀਂ ਮਿਲਦੀ ਤੇ ਕਈ ਵਾਰ ਗੋਲੀ ਚੱਲਣ ਤੱਕ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਬਹੁਤ ਲੰਬੇ ਸਮੇਂ ਤੋਂ ਇੱਕ ਫੈਸਲਾ ਜਾਰੀ ਕੀਤਾ ਹੋਇਆ ਕਿ ਜਿਹੜੀ ਸਾਡੀ ਪੁਲਿਸ ਆ ਉਹਦੇ ਜਿਹੜੇ ਕੰਮ ਦੇ ਘੰਟੇ ਆ ਉਹ ਨਿਸ਼ਚਿਤ ਕੀਤੇ ਜਾਣ, ਉਹਨਾਂ ਦੀ ਹਫ਼ਤਾਵਾਰੀ ਜਿਹੜੀ ਛੁੱਟੀ ਆ ਉਹਨੂੰ ਯਕੀਨੀ ਬਣਾਇਆ ਜਾਵੇ। ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਕੋਰਟਸ ਨੇ ਕਹਿਤੀਆਂ, ਪਰ ਕੀ ਇਹਨਾਂ ਦੇ ਉੱਤੇ ਅਮਲੀ ਰੂਪ ਦੇ ਵਿੱਚ ਕੋਈ ਕੰਮ ਹੁੰਦਾ? ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿਸਟਮ ਦੇ ਵਿੱਚ ਸੁਧਾਰ ਮੰਗਦੀਆਂ ਨੇ। ਜੇ ਕਿਤੇ ਅਸੀਂ ਸਾਡੀਆਂ ਸਰਕਾਰਾਂ ਇਹੋ ਜਿਹੀ ਘਟਨਾ ਦੇ ਮੱਦੇਨਜ਼ਰ ਹੀ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਤੇ ਸ਼ਾਇਦ ਜਿਹੜੀਆਂ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਹੋਣ ਤੇ ਫੋਰਸਿਸ ਦਾ ਜਿਹੜਾ ਮਨੋਬਲ ਆ ਉਹ ਵੀ ਵਧੇ ਤੇ ਜਿਹੜੀਆਂ ਗਲਤੀਆਂ ਆ ਉਹ ਵੀ ਘਟ ਜਾਣ। ਜੇਕਰ ਮੁਸਤੈਦੀ ਵਧਾਉਣੀ ਆ ਤੇ ਫਿਰ ਤੁਸੀਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਸੁਵਿਧਾਵਾਂ, ਆਰਮਸ ਐਂਡ ਐਮੂਨੀਸ਼ਨ ਐਂਡ ਗੱਡੀਆਂ ਤੇ ਸਰਚਸ ਦੇ ਜਿਹੜੇ ਹੋਰ ਸਾਜੋ ਸਮਾਨ ਨੇ ਉਹਨਾਂ ਦੇ ਵਿੱਚ ਜੇ ਸੁਧਾਰ ਕੀਤਾ ਜਾਵੇ ਤਾਂ ਉਹ ਇੱਕ ਚੰਗੀ ਗੱਲ ਹੋਵੇਗੀ। ਪਰ ਫਿਰ ਵੀ ਇਸ ਸਭ ਦੇ ਮੱਦੇਨਜ਼ਰ ਵੀ ਇਹ ਜਿਹੜੀ ਘਟਨਾ ਆ ਇਹ ਬਹੁਤ ਹੀ ਮਾੜੀ ਹੈ। ਜੀ ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰ ਲਈ ਕਿ ਇੱਕ ਪਾਸੇ ਤਾਂ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਅੰਦੋਲਨ ਜਿਹੜਾ ਉਹ ਖਤਮ ਹੋਣ ਕੰਢੇ ਹੈ, ਕਿਉਂਕਿ ਅਮਿਤ ਸ਼ਾਹ ਵੱਲੋਂ ਕਿਸਾਨ ਆਗੂ ਨਾਲ ਗੱਲ ਵੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਵਾਪਸੀ ਦੇ ਰੌ ਵਿੱਚ ਨਜ਼ਰ ਆ ਰਹੇ ਨੇ ਕਿ ਉਹਨਾਂ ਨੇ ਆਪਣੀਆਂ ਤਿਆਰੀਆਂ ਕੱਸ ਲਈਆਂ ਨੇ। ਪਰ ਇਸ ਦੇ ਨਾਲ ਜਿਵੇਂ ਕਿਸਾਨ ਅੰਦੋਲਨ ਦੇ ਕਾਰਨ 3 ਖੇਤੀ ਕਾਨੂੰਨ ਰੱਦ ਹੋਏ ਨੇ, ਬਿੱਲ ਵਾਪਸ ਲੈ ਲਏ ਗਏ ਨੇ, ਉਸ ਤੋਂ ਬਾਅਦ ਪ੍ਰੇਰਨਾ ਮਿਲੀ ਸ਼ਾਇਦ ਦੂਸਰਿਆਂ ਨੂੰ ਵੀ, ਅਸੀਂ ਇਹ ਕਹਿ ਸਕਦੇ ਹਾਂ। ਤੇ ਫਾਰੂਕ ਅਬਦੁੱਲਾ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਜੇ ਕਸ਼ਮੀਰ ਵਿੱਚ ਵੀ ਤੁਸੀਂ ਉਸੇ ਤਰ੍ਹਾਂ ਦੀ ਪਹਿਲੇ ਰਾਜ ਦੇ ਦਰਜੇ ਦੀ ਬਹਾਲੀ ਚਾਹੁੰਦੇ ਹੋ ਤਾਂ 370 ਧਾਰਾ 370 ਤੇ 35A ਨੂੰ ਰੱਦ ਕਰਵਾਉਣਾ ਹੋਏਗਾ ਤੇ ਉਹਦੇ ਲਈ ਤੁਹਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਸੇ ਤਰਜ਼ ਤੇ ਜਿਸ ਤਰਜ਼ ਤੇ ਕਿਸਾਨਾਂ ਨੇ ਦਿੱਤੀਆਂ। ਕੀ ਕਹਿਣਾ ਚਾਹੋਗੇ? ਤੁਸੀਂ ਬੜੀ ਡਿਟੇਲ ਦੇ ਵਿੱਚ ਦੋਨਾਂ ਹੀ ਸਵਾਲਾਂ ਨੂੰ ਜੋੜ ਦਿੱਤਾ। ਹੁਣ ਤੁਸੀਂ ਦੱਸ ਦਿਓ ਕਿ ਪਹਿਲਾਂ ਕਿਸਾਨਾਂ ਦੀ ਵਾਪਸੀ ਦੀ ਗੱਲ ਕਰਨੀ ਹੈ ਕਿ ਪਹਿਲਾਂ ਫਾਰੂਕ ਅਬਦੁੱਲਾ ਦੇ ਫਾਦਰ ਸਾਹਿਬ ਜਿਹੜੇ ਸ਼ੇਖ ਅਬਦੁੱਲਾ ਨੇ ਉਹਨਾਂ ਦੇ ਜਨਮ ਦਿਨ ਦੀ ਜਿਹੜੀ ਘਟਨਾ ਹੈ ਉਹਦੀ ਗੱਲ ਕਰਨੀ ਹੈ? ਜੀ ਫਾਰੂਕ ਦੀ ਹਰਪ੍ਰੀਤ ਜੀ, ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵੀ ਰਹੇ ਨੇ ਤੇ ਬੜਾ ਲੰਬਾ ਸਮਾਂ ਉਹ ਰਾਜਨੀਤੀ ਦੇ ਵਿੱਚ ਸਰਗਰਮ ਰਹੇ ਨੇ। ਜੀ ਉਹਨਾਂ ਦੇ ਫਾਦਰ ਸ਼ੇਖ ਅਬਦੁੱਲਾ ਦਾ ਜਨਮ ਦਿਨ ਸੀ ਤੇ ਉੱਥੇ ਜਿਹੜੀ ਯੂਥ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਨੈਸ਼ਨਲ ਕਾਨਫਰੰਸ ਦੀ, ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ। ਉੱਥੇ ਬੋਲਦਿਆਂ ਫਾਰੂਕ ਅਬਦੁੱਲਾ ਨੇ ਇਹ ਜਿਹੜੀਆਂ ਗੱਲਾਂ ਸਾਰੀਆਂ ਉਹ ਕੀਤੀਆਂ। ਉਹਨਾਂ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਉਹੀ ਗੱਲ ਸੀ ਜਿਹੜੀ ਤੁਸੀਂ ਵਨ ਲਾਈਨਰ ਦੱਸੀ ਆ ਕਿ ਜੇਕਰ ਸਾਡੀ ਪਾਰਟੀ ਜੰਮੂ ਕਸ਼ਮੀਰ ਦੇ ਵਿੱਚੋਂ 370 ਹਟਾਉਣ ਦਾ ਵਿਰੋਧ ਕਰਦੀ ਆ ਤੇ ਸਪੈਸ਼ਲ ਦਰਜੇ ਨੂੰ ਰਾਜ ਨੂੰ ਬਹਾਲ ਕਰਨ ਦੀ ਗੱਲ ਕਰਦੀ ਆ ਤੇ ਨਾਲ ਦੀ ਨਾਲ ਜਿਹੜੀ ਇੱਕ ਹੋਰ ਧਾਰਾ ਤੁਸੀਂ ਸ਼ਾਇਦ ਦੱਸੀ ਆ 35A ਉਹਨੂੰ ਵੀ ਬਹਾਲ ਕਰਨ ਦੀ ਗੱਲ ਕਰਦੀ ਆ, ਫਿਰ ਸਾਨੂੰ ਅੰਦੋਲਨ ਵਿੱਢਣਾ ਪਵੇਗਾ ਤੇ ਫਿਰ ਸਾਨੂੰ ਕਿਸਾਨਾਂ ਵਾਂਗ ਕੁਰਬਾਨੀਆਂ ਦੇਣੀਆਂ ਪੈਣਗੀਆਂ। ਇਸ ਗੱਲ ਨੂੰ ਜਦੋਂ ਤੁਸੀਂ ਦੇਖਦੇ ਆ ਤੇ ਫਿਰ ਤੁਸੀਂ ਇਦਾਂ ਕਹਿ ਸਕਦੇ ਆ ਜਿਹੜੀ ਗੱਲ ਅਸੀਂ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ 1 ਸਾਲ ਤੋਂ ਕਹਿ ਰਹੇ ਹਾਂ ਕਿ ਇਹ ਅੰਦੋਲਨ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਮਿਸਾਲ ਬਣ ਕੇ ਰਹੇਗਾ ਬਹੁਤ ਲੰਬੇ ਸਮੇਂ ਤੱਕ। ਬਹੁਤ ਸਾਰੀਆਂ ਸੰਸਥਾਵਾਂ ਨੂੰ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੂੰ, ਬਹੁਤ ਸਾਰੀਆਂ ਉਹ ਧਿਰਾਂ ਜਿਹੜੀਆਂ ਕਿ ਛੋਟੀਆਂ ਹੋਣ ਭਾਵੇਂ, ਜਿਹੜੀਆਂ ਸਰਕਾਰ ਦੇ ਦੂਜੇ ਪਾਸੇ ਖੜੇ ਹੋ ਕੇ ਆਪਣੀ ਗੱਲ ਸੁਣਾਉਣਾ ਚਾਹੁੰਦੀਆਂ ਨੇ, ਉਹ ਇਸ ਲੋ ਤੋਂ ਰੌਸ਼ਨੀ ਲੈਣਗੀਆਂ ਜਿਹੜੀ ਕਿ ਕਿਸਾਨਾਂ ਨੇ ਬਾਲੀ ਆ। ਕੁਰਬਾਨੀਆਂ ਦੀ ਗੱਲ ਕਰਦਿਆਂ ਫਾਰੂਕ ਸਾਹਿਬ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਹਾਲਾਂਕਿ ਹਿੰਸਾ ਦਾ ਵਿਰੋਧ ਕਰਦੀ ਆ, ਪਰ ਜਦੋਂ ਤੁਸੀਂ ਅੰਦੋਲਨ ਲਈ ਜਾਂਦੇ ਆ ਤੇ ਫਿਰ ਤੁਹਾਨੂੰ ਜਾਨ ਜਿਹੜੀ ਆ ਉਹ ਵਾਰਨ ਲਈ ਵੀ ਤਿਆਰ ਰਹਿਣਾ ਪਵੇਗਾ।
370 ਨੂੰ ਲੈ ਕੇ ਜੇ ਜੰਮੂ ਕਸ਼ਮੀਰ ਦੇ ਲੋਕ ਕਿਸੇ ਅੰਦੋਲਨ ਦੀ ਸ਼ੁਰੂਆਤ ਕਰਦੇ ਨੇ, ਉਹ ਕਿਵੇਂ ਦਾ ਬਣਦਾ ਹੈ, ਕਿਵੇਂ ਦਾ ਨਹੀਂ ਬਣਦਾ ਹੈ, ਇਹ ਇੱਕ ਵੱਖਰਾ ਵਿਸ਼ਾ ਆ ਜੀ। ਕੀ 370 ਵਾਲੀ ਧਾਰਾ ਨੂੰ ਹਟਾਉਣਾ ਜਾਂ 35A ਨੂੰ ਹਟਾਉਣਾ ਉਹਨਾਂ ਕਿਸਾਨੀ ਅੰਦੋਲਨਾਂ ਦੇ ਨਾਲ ਕਿਸਾਨੀ ਬਿੱਲਾਂ ਦੇ ਨਾਲ ਜੋੜ ਕੇ ਦੇਖਿਆ ਜਾ ਸਕੇਗਾ? ਉਹਦੇ ਬਾਰੇ ਵੀ ਅਸੀਂ ਗੱਲ ਨਹੀਂ ਕਰਦੇ, ਹਾਲਾਂਕਿ ਮੇਰੀ ਸਮਝ ਦੇ ਨਾਲ ਉਹ ਇੱਕ ਵੱਖਰਾ ਵਿਸ਼ਾ ਹੈ। ਬਿਲਕੁਲ 370 ਨੂੰ ਹਟਾਉਣ ਦੇ ਨਾਲ ਕਿਸੇ ਦੇ ਵੀ ਜਮਹੂਰੀ ਹੱਕਾਂ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ। ਬਿਲਕੁਲ ਉਹ ਸਿਰਫ ਇੱਕ ਸਟੇਟ ਦਾ ਮਸਲਾ ਆ। ਤੇ ਇਹ ਜਿਹੜੇ ਲੀਡਰ ਬੋਲ ਰਹੇ ਨੇ, ਇਹ ਅਕਸਰ ਤੌਰ ਤੇ ਭਾਰਤ ਦੇ ਵਿਰੋਧੀ ਭਾਸ਼ਾ ਦਾ ਵੀ ਵਰਤੋਂ ਕਰਦੇ ਰਹੇ ਨੇ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਰੇ ਹੀ ਭਾਰਤ ਵਿੱਚ ਇੱਕੋ ਜਿਹਾ ਕਾਨੂੰਨ, ਇੱਕੋ ਜਿਹੀ ਸਟੇਟ ਹੋਣੀ ਚਾਹੀਦੀ ਆ, ਪਰ ਇੱਥੇ ਬੀਜੇਪੀ ਵੀ ਬਿਲਕੁਲ ਠੀਕ ਠਾਕ ਨਹੀਂ ਹੈਗੀ। ਹਾਲੇ ਵੀ ਭਾਰਤ ਦੇ ਬਹੁਤ ਸੂਬਿਆਂ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਵਿਸ਼ੇਸ਼ ਜਿਹੜੀਆਂ ਆ ਰਿਆਇਤਾਂ ਦਿੱਤੀਆਂ ਜਾ ਰਹੀਆਂ ਨੇ, ਜਿਹੋ ਜਿਹੀਆਂ ਪਹਿਲਾਂ ਜੰਮੂ ਕਸ਼ਮੀਰ 'ਚ ਦਿੱਤੀਆਂ ਜਾ ਰਹੀਆਂ ਸਨ ਜੀ। ਪਰ ਕਿਉਂਕਿ ਜੰਮੂ ਕਸ਼ਮੀਰ ਨੂੰ ਉਹ ਕਿਸੇ ਵੱਖਰੇ ਦਰਜੇ ਦੇ ਤਹਿਤ ਦਿੱਤੀਆਂ ਜਾ ਰਹੀਆਂ ਸੀ ਜਾਂ ਕਿਸੇ ਵੱਖਰੀ ਰਾਜਨੀਤਿਕ ਵਿਚਾਰਧਾਰਾ ਦਾ ਹੋਣ ਕਰਕੇ ਦਿੱਤੀਆਂ ਜਾ ਰਹੀਆਂ ਸਨ, ਇਸ ਕਰਕੇ ਸਾਨੂੰ ਉਹਨਾਂ ਦੇ ਵਿੱਚ ਕੁਝ ਲੋਚਾ ਜਿਹੜਾ ਉਹ ਨਜ਼ਰ ਵੀ ਆਉਂਦਾ ਸੀ। ਤੇ ਬੀਜੇਪੀ ਦੇ ਨਜ਼ਰੀਏ ਤੋਂ ਉਹ ਹੋਰ ਵੀ ਗੰਭੀਰ ਸੀ, ਕਿਉਂਕਿ ਉਹਨਾਂ ਦੀ ਜਿਹੜੀ ਰਾਜਨੀਤੀ ਆ ਉੱਥੇ ਉਹਦੇ ਫੁੱਲ ਜਿਹੜੇ ਆ ਉਹ ਘੱਟ ਖਿੜਦੇ ਸੀ। ਪਰ ਫੇਰ ਵੀ ਕਿਸੇ ਵੀ ਰਾਜਨੀਤਿਕ ਧਿਰ ਨੂੰ ਜਿਹੜੀ ਵੀ ਗੱਲ ਚੰਗੀ ਲੱਗਦੀ ਹੈ ਉਹਨੂੰ ਕਹਿੰਦੇ ਨੇ, ਪਰ ਮੇਰੇ ਲਈ ਚੰਗੀ ਗੱਲ ਇਹ ਲੱਗਦੀ ਆ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਆ ਉਹ ਇੱਕ ਵੱਖਰੀ ਸੋਚ ਲੈ ਕੇ ਚੱਲ ਰਹੀਆਂ ਨੇ। ਉਹਨਾਂ ਨੂੰ ਇਹ ਲੱਗਦਾ ਆ ਕਿ ਜੇਕਰ ਕਿਸਾਨ ਅੰਦੋਲਨ ਮੋਦੀ ਸਰਕਾਰ ਨੂੰ ਬੈਂਡ ਡਾਊਨ ਕਰ ਸਕਦਾ ਆ, ਬੋ ਡਾਊਨ ਕਰ ਸਕਦਾ, ਤੇ ਫਿਰ ਕੁਝ ਹੋਰ ਅੰਦੋਲਨ ਵੀ ਜਿਹੜੇ ਆ ਇਸੇ ਤਹਿ ਦੇ ਉੱਤੇ ਜਾਂ ਇਸੇ ਤਰੀਕੇ ਦੇ ਨਾਲ ਖੜੇ ਕੀਤੇ ਜਾ ਸਕਦੇ ਨੇ, ਜਿਹੜੇ ਸ਼ਾਂਤੀ ਨਾਲ ਆਪਣੀ ਗੱਲ ਨੂੰ ਸਰਕਾਰ ਸਾਹਮਣੇ ਰੱਖ ਦੇਣ, ਸਰਕਾਰ ਕੋਲ ਆਪਣੀ ਗੱਲ ਮਨਵਾ ਵੀ ਸਕਦੇ ਨੇ, ਜੇਕਰ ਉਸ ਅੰਦੋਲਨ ਦੇ ਵਿੱਚ ਸੱਚਾਈ ਹੋਵੇ, ਸਬਰ ਹੋਵੇ ਤੇ ਇੱਕ ਸ਼ਾਂਤੀ ਦੇ ਨਾਲ ਆਪਣੀ ਗੱਲ ਨੂੰ ਰੱਖਣ ਦਾ ਲੰਬੇ ਸਮੇਂ ਤੱਕ ਮਾਦਾ ਹੋਵੇ। ਜ਼ਰੂਰੀ ਨਹੀਂ ਹੈਗਾ ਕਿ ਕੋਈ ਹੋਰ ਅੰਦੋਲਨ ਵੀ ਸਾਲਾਂ ਬੱਧੀ ਲੰਬਾ ਚੱਲੇ, ਹੋ ਸਕਦਾ ਹੈ ਕੋਈ ਛੋਟੀ ਮੰਗ ਹੋਵੇ ਜਿਹੜੀ ਸਰਕਾਰ ਸੌਖਿਆਂ ਮੰਨ ਸਕਦੀ ਹੋਵੇ। ਸੋ ਇੱਕ ਚੰਗੀ ਗੱਲ ਆ, ਇੱਕ ਚੰਗੀ ਪਹਿਲ ਆ। ਜੇਕਰ ਇਹ ਧਿਰਾਂ ਜਿਹੜੀਆਂ ਜੰਮੂ ਕਸ਼ਮੀਰ 'ਚ ਨੇ, ਮੈਂ ਸਿੱਧਾ ਇਲਜ਼ਾਮ ਨਹੀਂ ਲਾਉਂਦਾ, ਪਰ ਇਹ ਸਾਰੀ ਦੁਨੀਆ ਜਾਣਦੀ ਆ, ਸਾਰਾ ਭਾਰਤ ਜਾਣਦਾ ਹੈ ਕਿ ਇਹ ਬਹੁਤ ਸਾਰੇ ਅਜਿਹੇ ਲੀਡਰ ਨੇ ਉੱਥੇ ਜਿਹੜੇ ਕਿ ਵੱਖਰੀ ਬੋਲੀ ਬੋਲਦੇ ਸੀ, ਦੂਸਰੇ ਦੇਸ਼ ਦੀ ਬੋਲੀ ਵੀ ਤੁਸੀਂ ਉਹਨੂੰ ਕਹਿ ਸਕਦੇ ਆ। ਜੇਕਰ ਇਹਨਾਂ ਨੇ ਸਿਰਫ ਔਰ ਸਿਰਫ ਇੱਕ ਵਿਰੋਧ ਦੀ ਰਾਜਨੀਤੀ ਕਰਨੀ ਸੀ ਤੇ ਉਹਦੇ ਹੋਰ ਬੜੇ ਪਹਿਲੂ ਸੀ। ਜੰਮੂ ਕਸ਼ਮੀਰ ਨੇ ਜਿੰਨਾ ਕੁਝ ਹੰਢਾਇਆ ਜਾਂ ਪੰਜਾਬ ਨੇ ਜਿੰਨਾ ਕੁਝ ਬੀਤੇ ਦੇ ਵਿੱਚ ਹੰਢਾਇਆ, ਉਹ ਇਹਦੀਆਂ ਬਹੁਤ ਐਗਜ਼ਾਮਪਲਸ ਨੇ। ਤੇ ਕਿਸਾਨ ਅੰਦੋਲਨ ਨੇ ਇੱਕ ਜਿਹੜੀ ਨਵੀਂ ਐਗਜ਼ਾਮਪਲ ਸੈੱਟ ਕੀਤੀ ਆ, ਉਹ ਆਪਣੇ ਆਪ ਦੇ ਵਿੱਚ ਲਾਮਿਸਾਲ ਹੈ। ਜੀ ਸ਼ਰਮਾ ਜੀ, ਮਹਿਬੂਬਾ ਮੁਫਤੀ ਵੱਲੋਂ ਵੀ ਅੱਜ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਕਿ ਕਸ਼ਮੀਰ ਦਾ ਉਹੀ ਜਿਹੜਾ ਦਰਜਾ ਸੀ, ਰਾਜ ਬਹਾਲੀ ਦਾ ਦਰਜਾ ਵਾਪਸ ਤੋਂ ਦਿੱਤਾ ਜਾਵੇ। ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਅੰਦੋਲਨ ਹੈ ਜਿਹੜਾ, ਇਹਨੂੰ ਹੋਰ ਅੰਦੋਲਨਾਂ ਨਾਲ ਜਾਂ ਇਹੋ ਜਿਹੀ ਹੋਰ ਕਿਸੇ ਚੀਜ਼ ਨਾਲ ਜੋੜ ਕੇ ਦੇਖਣਾ ਨਹੀਂ ਚਾਹੀਦਾ, ਕਿਉਂਕਿ ਕਿਸਾਨ ਅੰਦੋਲਨ ਆਪਣੇ ਆਪ 'ਚ ਇੱਕ ਵੱਖਰਾ ਅੰਦੋਲਨ ਸੀ। ਸੋ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ, ਪਰ ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਜਿਹੜੀ ਟਵਿੱਟਰ ਜੰਗ ਛਿੜੀ ਹੋਈ ਹੈ ਪ੍ਰਗਟ ਸਿੰਘ ਤੇ ਮਨੀਸ਼ ਸਿਸੋਦੀਆ ਦੇ ਵਿਚਕਾਰ ਸਕੂਲਾਂ ਨੂੰ ਲੈ ਕੇ, ਤੇ ਜੇ ਅਸੀਂ ਇਹ ਕਹੀਏ ਕਿ ਪ੍ਰਗਟ ਸਿੰਘ ਦੇ ਹੱਕ ਵਿੱਚ ਨਵਜੋਤ ਸਿੰਘ ਸਿੱਧੂ ਉਤਰੇ ਨੇ, ਉਹ ਦਿੱਲੀ ਪਹੁੰਚ ਗਏ ਨੇ, ਦਿੱਲੀ ਦੇ ਸਕੂਲਾਂ ਦੀ ਹਾਲਤ ਬਿਆਨ ਕਰ ਰਹੇ ਨੇ ਤੇ ਕੇਜਰੀਵਾਲ ਸਰਕਾਰ ਨੂੰ ਘੇਰ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਸੀਂ ਇਸ ਗੱਲ ਨੂੰ ਇਸ ਪਾਸਿਓਂ ਨਾ ਦੇਖ ਕੇ ਜਿੱਦਾਂ ਮੈਂ ਤੁਹਾਨੂੰ ਦਿਖਾਉਣਾ ਉਦਾਂ ਦੇਖੋ ਜੀ। ਸਿੱਧੂ ਸਾਹਿਬ ਪ੍ਰਗਟ ਸਿੰਘ ਦੇ ਹੱਕ 'ਚ ਨਹੀਂ ਗਏ। ਇਦਾਂ ਸਮਝੋ ਕਿ ਕੇਜਰੀਵਾਲ ਪਾਰਟੀ ਦੇ ਸਰਵਾ ਹਨ ਤੇ ਸਿੱਧੂ ਸਾਹਿਬ ਨੇ ਜੋ ਉਹਨਾਂ ਨੇ ਕੀਤਾ ਆ, ਉਹਨਾਂ ਦੇ ਵਿਰੋਧ ਦੇ ਵਿੱਚ ਕੁਝ ਕਰਕੇ ਆਪਣੇ ਆਪ ਨੂੰ ਪਾਰਟੀ ਦੇ ਪ੍ਰਧਾਨ ਹੋਣ ਲਈ ਵੀ ਸਥਾਪਿਤ ਕਰਨ ਦੀ ਗੱਲ ਕੀਤੀ ਹੈ ਤੇ ਅਗਲਾ ਚਿਹਰਾ ਹੋਣ ਦੀ ਗੱਲ ਵੀ ਜਿਹੜੀ ਕੀਤੀ ਹੈ। ਕਿਉਂਕਿ ਇੱਧਰ ਚਿਹਰਿਆਂ ਦਾ ਜਿੰਨਾ ਰੌਲਾ ਹੈਗਾ ਆ ਆਮ ਆਦਮੀ ਪਾਰਟੀ ਦੇ ਵਿੱਚ, ਰੌਲਾ ਚਿਹਰਿਆਂ ਦਾ ਕਾਂਗਰਸ 'ਚ ਵੀ ਓਨਾ ਹੀ ਆ। ਹਾਲਾਂਕਿ ਬਾਕੀ ਧਿਰਾਂ ਜਿਹੜੀਆਂ ਆ ਇਸ ਲੜਾਈ ਤੋਂ ਬਚੀਆਂ ਹੋਈਆਂ ਨੇ ਤੇ ਉੱਥੇ ਵੀ ਹਾਲੇ ਪਤਾ ਨਹੀਂ ਲੱਗਦਾ ਕਿ ਅਗਲੀ ਵਾਰੀ ਜਿਹੜੀ ਟੋਪੀ ਆ ਉਹ ਚੰਨੀ ਸਾਹਿਬ ਨੂੰ ਮਿਲਣੀ ਆ ਜਾਂ ਸਿੱਧੂ ਸਾਹਿਬ ਨੂੰ ਮਿਲਣੀ ਆ, ਜਾਂ ਫਿਰ ਰਾਜ ਜਿਹੜਾ ਆ ਉਹ ਕਿਸੇ ਹੋਰ ਨੂੰ ਵੀ ਤਾਜ ਜਿਹੜਾ ਆ ਕੇਂਦਰ ਵਾਲੀ ਜਿਹੜੀ ਹੈਗੀ ਆ ਇਹਨਾਂ ਦੀ ਹਾਈ ਕਮਾਂਡ ਉਹ ਦੇ ਸਕਦੀ ਆ ਜੀ। ਜਿਹੜਾ ਮੌਜੂਦਾ ਘਟਨਾਕ੍ਰਮ ਹੈ, ਜਦੋਂ ਪਿਛਲੀ ਵਾਰ ਕੇਜਰੀਵਾਲ ਸਾਹਿਬ ਪੰਜਾਬ ਦੌਰੇ ਤੇ ਆਏ ਸੀ ਤੇ ਉਹ ਪਹਿਲਾਂ ਮੋਹਾਲੀ ਉੱਥੇ ਜਿਹੜੇ ਅਧਿਆਪਕ ਬੈਠੇ ਸੀ, ਕੱਚੇ ਅਧਿਆਪਕ ਜਿਹਨਾਂ ਨੂੰ ਅਸੀਂ ਕਹਿੰਦੇ ਆ, ਉਹਨਾਂ ਲਈ ਉਹ ਉਹਨਾਂ ਦੇ ਧਰਨੇ 'ਚ ਸ਼ਾਮਲ ਹੋਏ ਸੀ ਜੀ।
ਤੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਉਧਰੋਂ ਸੱਦਾ ਆਇਆ ਹੋਣਾ, ਉੱਥੇ ਦੀਆਂ ਵੀ ਟੀਚਰ ਯੂਨੀਅਨ ਸੁਣੀਆਂ ਤੇ ਉੱਥੇ ਵੀ ਕਹਿੰਦੇ ਜਿਹੜੇ ਅਧਿਆਪਕ ਨੇ ਉਹ ਠੇਕੇ ਤੇ ਭਰਤੀ ਕੀਤੇ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਮੰਗ ਸੀਗੀ ਉਹਨਾਂ ਨੂੰ ਪੱਕੇ ਕਰਨ ਦੀ, ਉੱਥੇ ਵੀ ਨਵਜੋਤ ਸਿੰਘ ਸਿੱਧੂ ਪਹੁੰਚੇ ਤੇ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਵੀ ਦੱਸੀਆਂ ਕਿ ਇੱਥੇ ਵੀ ਜਿਹੜੇ ਅਧਿਆਪਕ ਨੇ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਕੱਚੇ ਹੀ ਭਰਤੀ ਕੀਤੇ ਜਾਂਦੇ ਨੇ, ਠੇਕੇ ਤੇ ਭਰਤੀ ਕੀਤੇ ਜਾਂਦੇ ਨੇ। ਉਹਨਾਂ ਨੇ ਤਾਂ ਇਹ ਵੀ ਦੱਸਿਆ ਕਿ ਡੇਲੀ ਬੇਸਿਸ ਤੇ ਵੀ ਜਿਹੜੇ ਅਧਿਆਪਕ ਨੇ ਉੱਥੇ ਕੁਝ ਭਰਤੀ ਕੀਤੇ ਗਏ ਨੇ ਜੀ। ਦੇਖੋ ਸਾਡੀ ਜਾਣਕਾਰੀ ਦੇ ਵਿੱਚ ਇਹ ਗੱਲ ਨਹੀਂ ਹੈ, ਪਰ ਜੇਕਰ ਉੱਥੇ ਕੋਈ ਇਹੋ ਜਿਹੇ ਟੀਚਰਾਂ ਦਾ ਸਮੂਹ ਇਕੱਠਾ ਹੋਇਆ ਸੀ ਕੇਜਰੀਵਾਲ ਸਾਹਿਬ ਦੀ ਰਿਹਾਇਸ਼ ਦੇ ਲਾਗੇ ਜਿਹੜੇ ਕਿ ਆਪਣੇ ਪੱਕੇ ਹੋਣ ਦੀ ਡਿਮਾਂਡ ਕਰ ਰਹੇ ਸੀ, ਤਾਂ ਜ਼ਾਹਿਰਾ ਤੌਰ ਤੇ ਉੱਥੇ ਕੁਝ ਨਾ ਕੁਝ ਤੇ ਘਟਨਾਕ੍ਰਮ ਹੋਵੇਗਾ। ਬਿਲਕੁਲ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਕੰਟਰੈਕਟ ਟੀਚਰ ਨੇ, ਗੈਸਟ ਟੀਚਰ ਰੱਖਿਆ ਗਿਆ ਇਹਨਾਂ ਨੂੰ ਜੀ। ਦੇਖੋ ਸਾਡੀਆਂ ਯੂਨੀਵਰਸਿਟੀਜ਼ ਦੇ ਵਿੱਚ ਕੁਝ ਗੈਸਟ ਫੈਕਲਟੀ ਜ਼ਰੂਰ ਹੁੰਦੀਆਂ ਜਿਹੜੀਆਂ ਕਿ ਵਿਸ਼ਾ ਮਾਹਰ ਹੁੰਦੇ ਨੇ, ਜਿਹੜੇ ਬਾਹਰੋਂ ਆ ਕੇ ਲੈਕਚਰ ਦਿੰਦੇ ਨੇ, ਉਹ ਤੇ ਇੱਕ ਹੋਰ ਕਹਾਣੀ ਆ ਆਪਣੇ ਆਪ 'ਚ। ਬਿਲਕੁਲ, ਜੇਕਰ ਸਕੂਲਾਂ ਦੇ ਵਿੱਚ ਅਜਿਹੇ ਗੈਸਟ ਟੀਚਰ ਰੱਖੇ ਹੋਏ ਨੇ ਜਿਹੜੇ ਰੋਜ਼ ਆਉਂਦੇ ਨੇ ਤੇ ਰੋਜ਼ ਦੀ ਰੋਜ਼ ਉਹਨਾਂ ਨੂੰ ਵੇਤਨ ਮਿਲਦਾ ਹੈ, ਤੇ ਉਹ ਬਹੁਤ ਹੀ ਇੱਕ ਮਾੜੀ ਗੱਲ ਆ। ਬਿਲਕੁਲ, ਤੇ ਨਾਲ ਦੀ ਨਾਲ ਸਿੱਧੂ ਸਾਹਿਬ ਨੇ ਵੀ ਦੱਸਿਆ ਕਿ ਉੱਥੇ ਜਿੰਨੇ ਸਕੂਲ ਨੇ ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਦੱਸਿਆ ਕਿ ਕੁਝ ਸਕੂਲਾਂ ਦੇ ਵਿੱਚ ਹੀ ਪੱਕੇ ਪ੍ਰਿੰਸੀਪਲ ਜਿਹੜੇ ਨੇ ਅਪਾਇੰਟਡ ਨੇ, ਬਹੁਤਿਆਂ ਦੇ ਉੱਤੇ ਪੋਸਟਾਂ ਬਹੁਤ ਸਾਰੀਆਂ ਖਾਲੀ ਨੇ। ਜੇਕਰ ਅਜਿਹਾ ਹੈ ਫਿਰ ਕੇਜਰੀਵਾਲ ਸਾਹਿਬ ਜਿੰਨੀਆਂ ਆਪਣੇ ਉਪਲਬਧੀਆਂ ਗਣਾਉਂਦੇ ਨੇ ਫਿਰ ਤਾਂ ਉਹਦਾ ਮਤਲਬ ਉਹ ਵੀ ਝੂਠ ਬੋਲਦੇ ਨੇ ਜੀ। ਪਰ ਆਮ ਆਦਮੀ ਪਾਰਟੀ ਦਾ ਇੱਕ ਬੁਲਾਰਾ ਅੱਜ ਇਹ ਵੀ ਗੱਲ ਦੱਸ ਰਹੇ ਸੀ, ਭਗਵੰਤ ਮਾਨ ਸਾਹਿਬ ਵੀ ਕੱਲ ਗੱਲ ਕਰ ਰਹੇ ਸੀ ਤੇ ਅੱਜ ਕਿਸੇ ਹੋਰ ਨੇ ਵੀ ਇਹ ਗੱਲ ਕੀਤੀ ਆ ਕਿ ਅਸੀਂ ਜਿਹੜੀਆਂ ਭਰਤੀਆਂ ਆ ਉਹਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਜਿਹੜੀ ਫਾਈਲ ਆ ਉਹ ਪਾਸ ਕਰ ਚੁੱਕੇ ਆ ਆਪਣੀ ਦਿੱਲੀ ਵਿਧਾਨ ਸਭਾ ਦੇ ਵਿੱਚ। ਤੇ ਉਹ ਜਿਹੜੀ ਆ ਅੱਗਿਓਂ ਜਿਹੜੀ ਫਾਈਲ ਆ ਉਹ LG ਜਿਹੜੇ ਲੈਫਟੀਨੈਂਟ ਗਵਰਨਰ ਨੇ, ਜਿਹੜੇ ਕਿ ਦਿੱਲੀ ਦੀ ਜਿਹੜੀ ਸਰਕਾਰ ਦੀ ਫਾਰਮੇਸ਼ਨ ਆ ਉਹਦੇ ਵਿੱਚ ਗਵਰਨਰ ਵਾਲਾ ਜਿਹੜਾ ਅਹੁਦਾ ਆ ਉਹ ਲੈਫਟੀਨੈਂਟ ਗਵਰਨਰ, ਉਹਨੂੰ LG ਕਹਿੰਦੇ ਨੇ, ਉਹਨਾਂ ਕੋਲ ਉਹ ਫਾਈਲ ਪਈ ਆ ਤੇ ਬਹੁਤ ਦਿਨਾਂ ਤੋਂ ਉਹ ਫਾਈਲ ਜਿਹੜੀ ਆ ਉਹ ਪਾਸ ਨਹੀਂ ਕਰ ਰਹੇ ਜੀ। ਸੋ ਹੋ ਸਕਦਾ ਹੈ ਉਹਨਾਂ ਦੀ ਗੱਲ ਦੇ ਵਿੱਚ ਵੀ ਇੱਕ ਕੋਈ ਇਹੋ ਜਿਹੀ ਸੱਚਾਈ ਹੋਵੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦਾ ਤੇ ਦਿੱਲੀ ਵਿਧਾਨ ਸਭਾ ਦਾ ਰੇੜਕਾ ਅਕਸਰ ਪਿਆ ਰਹਿੰਦਾ। ਜੇਕਰ ਤਾਂ ਇਹ ਗੱਲ LG ਵਾਲੇ ਪਾਸੇ ਦੀ ਆ ਫਿਰ ਤੇ ਠੀਕ ਆ, ਤੇ ਜੇਕਰ ਉਹ ਕੇਜਰੀਵਾਲ ਸਰਕਾਰ ਦੇ ਵਾਲੇ ਪਾਸੇ ਦੀ ਆ ਤੇ ਫਿਰ ਉਹ ਗੱਲ ਜਿਹੜੀ ਆ ਉਹ ਬਹੁਤ ਗਲਤ ਆ। ਪਰ ਨਵਜੋਤ ਸਿੰਘ ਸਿੱਧੂ ਨੇ ਇਸ ਸਾਰੀ ਗੱਲ ਦਾ ਜਿਹੜਾ ਆ ਸਿਆਸੀ ਲਾਹਾ ਵੀ ਲਿਆ ਤੇ ਉਸ ਗੱਲ ਨੂੰ ਲਾਈਮਲਾਈਟ ਦੇ ਵਿੱਚ ਵੀ ਲੈ ਕੇ ਆਂਦਾ, ਨਹੀਂ ਤਾਂ ਉਹ ਖਬਰ ਜਿਹੜੀ ਆ ਘੱਟੋ ਘੱਟ ਸਾਡੇ ਤੁਹਾਡੇ ਤੱਕ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚਣੀ ਸੀ। ਜੀ ਸ਼ਰਮਾ ਜੀ, ਜੇ ਗੱਲ ਕਰੀਏ ਕਿ ਨਵਜੋਤ ਸਿੰਘ ਸਿੱਧੂ ਤੇ ਕੇਜਰੀਵਾਲ ਦਾ ਰੇੜਕਾ ਹੁਣ ਪੈ ਗਿਆ ਹੈ ਤੇ ਕੇਜਰੀਵਾਲ ਸਾਹਿਬ ਜਿਹੜੇ ਉਹ ਵੀ ਕਿਸੇ ਤੋਂ ਘੱਟ ਨਹੀਂ, ਪੰਜਾਬ 'ਚ ਆਏ ਸੀ ਤਾਂ ਪੰਜਾਬ 'ਚ ਬਹੁਤ ਸਾਰੇ ਵਾਅਦੇ ਕੀਤੇ ਸੀ ਤੇ ਹੁਣ ਕਿਉਂਕਿ ਗੋਆ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਉਹ ਗੋਆ ਪਹੁੰਚੇ ਨੇ ਤੇ ਉੱਥੇ ਜਾ ਕੇ ਵੀ ਉਹਨਾਂ ਨੇ ਕਾਫੀ ਸਾਰੇ ਵਾਅਦੇ ਕੀਤੇ ਨੇ, ਪੰਜਾਬ ਤੋਂ ਜ਼ਿਆਦਾ ਹੀ ਕੀਤੇ ਨੇ ਔਰਤਾਂ ਨਾਲ ਵਾਅਦੇ। ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਹਾਡੇ ਲਈ ਤੇ ਇਹ ਗੱਲ ਮਾੜੀ ਲੱਗਣੀ ਆ ਤੁਹਾਨੂੰ। ਉਹ ਕਹਿੰਦੇ ਪੰਜਾਬ 'ਚ ਬੀਬੀਆਂ ਨੂੰ 1000 ਰੁਪਇਆ ਦੇਣਾ ਤੇ ਉੱਥੇ 2500 ਦਾ ਐਲਾਨ ਕਰ ਦਿੱਤਾ ਉਹਨਾਂ ਨੇ। ਪਤਾ ਨਹੀਂ ਉਹਨਾਂ ਦੇ ਕੀ ਕੈਲਕੂਲੇਸ਼ਨਸ ਹੋਣਗੀਆਂ, ਕੀ ਉਹਨਾਂ ਦੀ ਟੀਮ ਹੋਵੇਗੀ। ਹੋ ਸਕਦਾ ਗੋਆ ਦੀ ਪਰ ਕੈਪੀਟਾ ਇਨਕਮ ਪੰਜਾਬ ਨਾਲੋਂ ਜ਼ਿਆਦਾ ਹੋਵੇ ਤੇ ਗੋਆ ਦੀ ਤੇ ਪੰਜਾਬ ਦੀ ਆਬਾਦੀ ਦਾ ਇੱਕ ਡਿਫਰੈਂਸ ਵੀ ਹੈ ਜੀ। ਪਰ ਇਸ ਸਭ ਦੇ ਮੱਦੇਨਜ਼ਰ ਜੇ ਅਸੀਂ ਥੋੜਾ ਜਿਹਾ ਵਾਪਸ ਆ ਕੇ ਗੱਲ ਕਰੀਏ ਤੇ ਮਹੀਨੇ ਰਹਿ ਗਏ ਨੇ 2 ਵੱਧ ਤੋਂ ਵੱਧ ਜੀ। ਫਰਵਰੀ ਦੇ ਵਿੱਚ ਇਲੈਕਸ਼ਨਾਂ ਦੇ ਆਸਾਰ ਬਣਦੇ ਨਜ਼ਰ ਆ ਰਹੇ ਨੇ। ਅੱਜ ਵੀ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੇ ਹੁਣੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਦੱਸਿਆ ਕਿ ਮੇਰੀ SSPs ਨਾਲ ਤੇ DCs ਨਾਲ ਮੁਲਾਕਾਤ ਜਿਹੜੀ ਆ ਉਹ ਪ੍ਰਸਤਾਵਿਤ ਆ, ਛੇਤੀ ਹੋ ਜਾਣੀ ਆ। ਵੋਟਰਾਂ ਦੀ ਗਿਣਤੀ ਵੀ ਉਹਨਾਂ ਨੇ ਦੱਸੀ ਕਿ ਇੱਥੇ 1 ਕਰੋੜ 90 ਲੱਖ ਤੋਂ ਪਲੱਸ ਵੋਟਰ ਨੇ, 2 ਕਰੋੜ ਦੇ ਨੇੜੇ ਤੇੜੇ ਵੋਟਰ ਨੇ। ਉਹਨਾਂ ਦੇ ਵਿੱਚੋਂ ਵਿਮਨਸ ਤੇ ਮੈਨਸ ਤੇ ਉਹਨਾਂ ਨੇ ਟਰਾਂਸਜੈਂਡਰ ਦੀਆਂ ਵੋਟਾਂ ਦੀ ਵੀ ਗੱਲ ਕੀਤੀ। NRIs ਜਿਨ੍ਹਾਂ ਕੋਲ ਹਾਲੇ ਪੰਜਾਬ ਦੇ ਪਾਸਪੋਰਟ ਨੇ ਉਹਨਾਂ ਦੀ ਵੀ ਗੱਲ ਕੀਤੀ। ਸੋ ਸਾਰੀ ਜਿਹੜੀ ਘਟਨਾਕ੍ਰਮ ਆ ਉਹ ਸ਼ੁਰੂ ਜਿਹੜਾ ਆ ਉਹ ਹੋ ਚੁੱਕਿਆ। ਤੇ ਅਸੀਂ ਜਾਣਦੇ ਹਾਂ ਕਿ ਵੋਟਾਂ ਜਿਹੜੀਆਂ ਆ ਫਰਵਰੀ ਮਾਰਚ ਦੇ ਵਿੱਚ ਇਕੱਲੇ ਪੰਜਾਬ 'ਚ ਨਹੀਂ 5 ਸਟੇਟਾਂ 'ਚ ਹੋਣੀਆਂ। ਬਿਲਕੁਲ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਤੇ ਗੋਆ। ਤੇ ਪੰਜਾਬ ਤੋਂ ਬਾਅਦ ਜੇਕਰ ਬਹੁਤ ਐਕਟਿਵ ਨੇ ਕਿਤੇ ਆਮ ਆਦਮੀ ਪਾਰਟੀ ਤੇ ਗੋਆ ਤੇ ਉੱਤਰਾਖੰਡ ਆ। ਉੱਤਰਾਖੰਡ 'ਚ ਉਹਨਾਂ ਨੇ ਚਿਹਰਾ ਐਲਾਨ ਕਰ ਦਿੱਤਾ ਹੋਇਆ ਬਹੁਤ ਪਹਿਲਾਂ ਦਾ, ਤੇ ਗੋਆ ਦੇ ਵਿੱਚ ਹੁਣ ਗਏ ਹੋਏ ਨੇ। ਤੇ ਗੋਆ ਦੇ ਵਿੱਚ ਇਹਨਾਂ ਤੋਂ ਪਹਿਲਾਂ ਮਮਤਾ ਬੈਨਰਜੀ ਵੀ ਗੇੜੀ ਮਾਰ ਕੇ ਆਏ ਨੇ। ਛੋਟੀ ਸਟੇਟ ਆ ਤੇ ਰੌਲਾ ਉੱਥੇ ਵੀ ਓਨਾ ਹੀ ਆ। ਤਾਂ ਇਹਨਾਂ ਨੇ ਉੱਥੇ ਕੁਝ ਐਲਾਨ ਉਹੋ ਜਿਹੇ ਕੀਤੇ ਨੇ ਜਿਹੋ ਜਿਹਾ ਕੰਮ ਉਹ ਦਿੱਲੀ ਦੇ ਵਿੱਚ ਕਰਦੇ ਨਜ਼ਰ ਆਏ ਨੇ, ਬਿਜਲੀ, ਪਾਣੀ ਤੇ ਹੋਰ ਸਿਹਤ ਸੇਵਾਵਾਂ ਉਹਨਾਂ ਨੂੰ ਲੈ ਕੇ। ਤੇ ਜਿਹੜਾ ਉੱਥੇ ਵੱਡਾ ਐਲਾਨ ਕੀਤਾ, ਜਿਹੜਾ ਤੁਹਾਨੂੰ ਬੀਇੰਗ ਏ ਵਿਮਨ ਚੰਗਾ ਨਹੀਂ ਲੱਗਾ, ਉਹਨਾਂ ਨੇ ਉੱਥੇ 2500 ਰੁਪਇਆ ਮੁਫਤ ਦੇਣ ਦੀ ਗੱਲ ਕੀਤੀ ਆ ਹਰ ਮਹੀਨੇ ਔਰਤਾਂ ਨੂੰ। ਇੱਥੇ ਉਹਨਾਂ ਨੇ 1000 ਰੁਪਏ ਦਾ ਐਲਾਨ ਕੀਤਾ ਸੀ। ਤੇ ਉਸ ਤੋਂ ਬਾਅਦ ਰੌਲਾ ਜਿਹੜਾ ਦਿੱਲੀ 'ਚ ਵੀ ਪਿਆ ਹੋਇਆ, ਬੀਬੀਆਂ ਦਿੱਲੀ ਦੀਆਂ ਵੀ ਕਹਿ ਰਹੀਆਂ ਕਿ ਉੱਥੇ ਜਾ ਕੇ ਤੁਸੀਂ ਐਲਾਨ ਕੀਤਾ, ਇੱਥੇ ਤੇ ਕੁਛ ਦੇ ਨਹੀਂ ਰਹੇ। ਬਿਲਕੁਲ, ਪਹਿਲਾਂ ਸਾਨੂੰ ਦਿਓ ਜੀ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਅਸੀਂ ਜਦੋਂ ਇਸ ਚੀਜ਼ ਨੂੰ ਆਮ ਆਦਮੀ ਪਾਰਟੀ ਨੂੰ ਐਨਾਲਿਸਿਸ ਕਰਦੇ ਹਾਂ ਤੇ ਉਹਨਾਂ ਦੇ ਖਾਤੇ 'ਚ ਕਾਫੀ ਚੰਗੀਆਂ ਗੱਲਾਂ ਬੋਲਦੀਆਂ ਨੇ
ਕਿਉਂਕਿ ਇੱਕ ਤਾਂ ਪਾਰਟੀ ਦਾ ਜਿਹੜਾ ਇਤਿਹਾਸ ਆ ਬਹੁਤ ਲੰਬਾ ਨਹੀਂ ਹੈਗਾ, ਤੇ ਦੂਸਰਾ ਉਹਨਾਂ ਨੇ ਸਿਰਫ ਦਿੱਲੀ ਦੇ ਵਿੱਚ ਹੀ ਦੂਸਰੀ ਵਾਰ ਜਾਂ ਤੀਸਰੀ ਵਾਰ ਸਰਕਾਰ ਬਣਾਈ ਆ, ਤੇ ਉਹਨਾਂ ਦੇ ਐਂਟੀ ਇਨਕੰਬੈਂਸੀ ਜਿਹੜੀ ਆ ਉਹ ਨਹੀਂ ਹੈਗੀ। ਪਰ ਇਦਾਂ ਲੱਗਦਾ ਕਿ ਕੇਜਰੀਵਾਲ ਸਾਹਿਬ ਕਿਉਂਕਿ ਚੰਗੇ ਪੜ੍ਹੇ ਲਿਖੇ ਨੇ, ਸਿਆਸਤਦਾਨ ਬਾਅਦ ਵਿੱਚ ਬਣੇ ਨੇ, ਇਸ ਤੋਂ ਪਹਿਲਾਂ ਉਹ ਆਫਿਸਰ ਰਹੇ ਨੇ, ਤੇ ਸਾਰੀਆਂ ਜਿਹੜੀਆਂ ਬਰੀਕੀਆਂ ਨੇ ਸਿਆਸਤ ਦੀਆਂ ਉਹ ਚੰਗੀ ਤਰ੍ਹਾਂ ਸਮਝ ਗਏ ਨੇ। ਤੇ ਉਹਨਾਂ ਦੇ ਜਿਹੜੇ ਇਹ 5-7 ਸਾਲ ਆ ਇਹ ਦੂਜਿਆਂ ਦੇ 20-25 ਸਾਲ ਵਰਗੇ ਲੱਗਦੇ ਨੇ। ਤਜਰਬਾ ਉਹਨਾਂ ਨੇ ਖਾਸਾ ਅਰਜਿਤ ਕਰ ਲਿਆ, ਖਾਸਾ ਤਜਰਬਾ ਜਿਹੜਾ ਉਹਨਾਂ ਨੇ ਬਟੋਰ ਲਿਆ। ਤੇ ਉਹਨਾਂ ਨੇ ਜਿੰਨੀਆਂ ਵੀ ਕਹਾਣੀਆਂ ਜਿੱਥੇ ਜਾ ਕੇ ਜਿਹੋ ਜਿਹੀਆਂ ਕਰਨੀਆਂ ਹੁੰਦੀਆਂ ਨੇ ਉਹ ਕਰਦੇ ਨੇ। ਬਾਕੀ ਗੋਆ ਦੇ ਵਿੱਚ ਜਿਹੜਾ ਐਲਾਨ ਕੀਤਾ ਆ ਇਹਦਾ ਕੀ ਫਲ ਮਿਲੇਗਾ, ਕਿਹੋ ਜਿਹੇ ਰਿਜ਼ਲਟ ਮਿਲਣਗੇ, ਇਹ ਤਾਂ ਬਾਅਦ ਵਿੱਚ ਸਾਹਮਣੇ ਆਊਗੀ ਗੱਲ। ਹਾਲ ਦੀ ਘੜੀ ਉਹਨਾਂ ਨੇ ਐਲਾਨ ਜ਼ਰੂਰ ਜਿਹੜੇ ਕਰ ਦਿੱਤੇ ਨੇ, ਜਿਹੜੇ ਪੰਜਾਬ ਦੀਆਂ ਬੀਬੀਆਂ ਨੂੰ ਬਹੁਤੇ ਚੰਗੇ ਨਹੀਂ ਲੱਗ ਰਹੇ। ਜੀ ਸ਼ਰਮਾ ਜੀ, ਤੁਸੀਂ ਗੱਲ ਕੀਤੀ ਹੈ ਕਿ ਬਾਅਦ ਵਿੱਚ ਫਲ ਮਿਲੇਗਾ, ਤੇ ਜੇ ਇਸੇ ਤਰ੍ਹਾਂ ਦੀ ਅਸੀਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੂੰ ਵੀ ਉਹਨਾਂ ਨੇ ਜਿਹੜੀ ਪਾਰਟੀ ਆਪਣੀ ਪੰਜਾਬ ਲੋਕ ਕਾਂਗਰਸ ਬਣਾਈ ਹੈ ਉਸ ਦਾ ਕੀ ਨਤੀਜਾ ਨਿਕਲਦਾ, ਉਹਨਾਂ ਨੂੰ ਕੀ ਫਲ ਮਿਲਦਾ ਬਾਅਦ ਚ ਪਤਾ ਚੱਲੇਗਾ। ਪਰ ਫਿਲਹਾਲ ਤਾਂ ਉਹਨਾਂ ਨੇ ਚੋਣਾਂ ਦਾ ਬਿਗਲ ਵਜਾਇਆ ਹੈ। ਉਹਨਾਂ ਨੇ ਆਪਣੇ ਸਮਰਥਕਾਂ ਬਾਰੇ ਦੱਸਿਆ ਹੈ ਕਿ ਉਹਨਾਂ ਕੋਲੋਂ ਚੰਗੀ ਖਾਸੀ ਭੀੜ ਹੈਗੀ ਹੈ ਜਿਹਦੇ ਬਾਰੇ ਉਹ ਹਜੇ ਦੱਸਣਗੇ ਨਹੀਂ, ਤੇ ਅੱਜ ਉਹਨਾਂ ਨੇ ਆਪਣੇ ਦਫ਼ਤਰ ਦਾ ਵੀ ਉਦਘਾਟਨ ਕਰ ਦਿੱਤਾ। ਕੀ ਕਹਿਣਾ ਚਾਹੋਗੇ? ਬਿਲਕੁਲ ਹਰਪ੍ਰੀਤ ਜੀ, ਸਿਆਸਤ ਦੇ ਵਿੱਚ ਪੰਜਾਬ ਦੇ ਪਟਲ ਤੋਂ ਅਸੀਂ ਦੇਖੀਏ ਤੇ ਅੱਜ ਦੀ ਇੱਕ ਖਾਸ ਖਬਰ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਵੇਰੇ ਹੀ ਸੈਕਟਰ 9 ਦੇ ਵਿੱਚ ਚੰਡੀਗੜ੍ਹ ਜਾ ਕੇ ਤੇ ਇੱਕ ਦਫ਼ਤਰ ਦਾ ਉਦਘਾਟਨ ਕੀਤਾ, ਤੇ ਪ੍ਰੈਸ ਕਾਨਫਰੰਸ ਵੀ ਉੱਥੇ ਰੱਖੀ ਹੋਈ ਸੀ। ਪੰਜਾਬ ਲੋਕ ਕਾਂਗਰਸ ਉਹਨਾਂ ਦੀ ਪਾਰਟੀ ਦਾ ਨਾਮ ਹੈ, ਤੇ ਉੱਥੇ ਦਫ਼ਤਰ ਉਹਦਾ ਉਹਨਾਂ ਨੇ ਬਣਾ ਦਿੱਤਾ। ਹਾਲੇ ਤੱਕ ਪਾਰਟੀ ਰਜਿਸਟ੍ਰੇਸ਼ਨ ਜਿਹੜੀ ਹੋਈ ਕਿ ਨਹੀਂ ਹੋਈ ਉਹਦੇ ਬਾਰੇ ਕੁਝ ਨਹੀਂ ਪਤਾ ਲੱਗਦਾ। ਚੋਣ ਨਿਸ਼ਾਨ ਹਾਲੇ ਤੱਕ ਮਿਲਿਆ ਨਹੀਂ, ਪਾਰਟੀ ਦਾ ਢਾਂਚਾ ਕੋਈ ਬਣਾਇਆ ਨਹੀਂ, ਪਰ 2 ਸਾਂਝੀਵਾਲ ਜ਼ਰੂਰ ਕੈਪਟਨ ਸਾਹਿਬ ਨੇ ਲੱਭ ਲਏ ਨੇ, ਜਿਹੜੇ ਉਹਨਾਂ ਨੇ ਬਹੁਤ ਪਹਿਲਾਂ ਲੱਭ ਕੇ ਰੱਖੇ ਹੋਏ ਸੀ। ਹਾਲਾਂਕਿ ਉਹ ਤਾਂ ਕਹਿ ਰਹੇ ਨੇ ਕਿ ਜਦੋਂ ਉਹਨਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਤੋਂ ਉਹਨਾਂ ਨੂੰ ਲਾਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਗੱਲ ਹੋਈ ਆ, ਪਰ ਪੰਜਾਬ ਦੇ ਲੋਕ ਤਾਂ ਕਹਿੰਦੇ ਆ ਕਿ ਇਹ ਜਿੱਦਣ ਦੀ ਸਰਕਾਰ ਬਣਾਈ ਆ ਉਦਣ ਦੇ ਹੀ ਬੀਜੇਪੀ ਦੇ ਨਾਲ ਇਹ ਜ਼ਿਆਦਾ ਸੰਪਰਕ 'ਚ ਨੇ। ਦੇਖੋ, ਜ਼ਾਹਿਰ ਤੌਰ ਤੇ ਉਹ ਸਟੇਟ ਨੂੰ ਲੀਡ ਕਰਦੇ ਸੀ, ਤੇ ਸੈਂਟਰ ਦੇ ਵਿੱਚ ਜਿਹੜੀ ਪਾਰਟੀ ਆ ਉਹਨਾਂ ਨਾਲ ਉਹਨਾਂ ਦੇ ਤਾਲੁਕਾਤ ਤੇ ਡਿਵੈਲਪ ਹੋਣੇ ਹੀ ਸੀ। ਮਿਲਣਾ ਗਿਲਣਾ ਤਾਂ ਪੈਂਦਾ ਹੀ ਆ, ਫਿਰ ਜਦੋਂ ਦਿੱਲੀ ਬੰਦੇ ਜਾਂਦੇ ਨੇ ਗ੍ਰਾਂਟਾਂ ਲੈਣੀਆਂ ਹੁੰਦੀਆਂ ਨੇ, ਤੇ ਫਾਈਲਾਂ ਵੀ ਤਾਂ ਈਡੀ ਕੋਲ ਕਈ ਨਾ ਕਈ ਪਈਆਂ ਰਹਿੰਦੀਆਂ ਨੇ। ਤੇ ਇਹਨਾਂ ਦਾ ਆਪਣਾ ਨਾਮ, ਇਹਨਾਂ ਦੀ ਘਰੋਂ ਜਿਹੜੀ ਵਾਈਫ ਆ ਉਹਦਾ ਨਾਮ, ਇਹਨਾਂ ਦੇ ਬੇਟੇ ਦਾ ਨਾਮ, ਅਗਲੀਆਂ ਪੀੜ੍ਹੀਆਂ ਦੇ ਬੰਦਿਆਂ ਦੇ ਨਾਮ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਫਾਈਲਾਂ ਦੇ ਵਿੱਚ ਜਾਂ ਇਨਕਮ ਟੈਕਸ ਦੀਆਂ ਫਾਈਲਾਂ 'ਚ ਬੋਲਦੇ ਨੇ। ਤੇ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਪੈਂਦਾ ਸੀ, ਤੇ ਬੀਬੀ ਦੋਸਤ ਲਈ ਵੀਜ਼ਾ ਵੂਜ਼ਾ ਵੀ ਲਵਾਉਣਾ ਪੈਂਦਾ ਸੀ, ਤਾਂ ਵੀ ਦਿੱਲੀ ਜਾਣਾ ਆਉਣਾ ਪੈਂਦਾ ਸੀ। ਤੇ ਬੜਾ ਜਿਹੜਾ ਆ ਇਹਨਾਂ ਦਾ ਉੱਥੇ ਚੰਗਾ ਇੱਕ ਰਸੂਖ ਬਣਿਆ ਹੋਇਆ ਸੀ। ਅੱਜ ਦੀ ਜਿਹੜੀ ਪਾਰਟੀ ਬਣਾਈ ਆ ਉਹਦੇ 'ਚ ਗੱਲਾਂ ਉਹੀ ਕੁੱਲ ਮਿਲਾ ਕੇ 2 ਨੇ ਕਿ ਢੀਂਡਸਾ ਸਾਹਿਬ ਨਾਲ ਤੇ ਅਮਿਤ ਸ਼ਾਹ ਨਾਲ ਅਸੀਂ ਸੀਟਾਂ ਦੀ ਜਿਹੜੀ ਵੰਡ ਆ ਉਹ ਕਰ ਲਵਾਂਗੇ। ਹੁਣ ਇੱਥੇ ਇਹ ਵੀ ਦੇਖਣਾ ਬਣਦਾ ਕਿ ਭਾਜਪਾ ਬਹੁਤ ਦਿਨਾਂ ਤੋਂ ਕਹਿ ਰਹੀ ਸੀ ਕਿ ਅਸੀਂ 117 ਸੀਟਾਂ ਤੇ ਚੋਣ ਜਿਹੜੀ ਆ ਉਹ ਲੜਾਂਗੇ, ਤੇ ਖਬਰਾਂ ਇਹ ਆ ਰਹੀਆਂ ਕਿ ਢੀਂਡਸਾ ਸਾਹਿਬ ਨੂੰ 10 ਕੁ ਸੀਟਾਂ ਉਹ ਦੇ ਰਹੇ ਨੇ, ਤੇ ਢੀਂਡਸਾ ਸਾਹਿਬ ਹਾਲੇ ਸ਼ਾਇਦ ਗੱਲਬਾਤ ਜਿਹੜੀ ਆ ਉਹ ਅਗਲੇ ਦੌਰ ਤੱਕ ਪਹੁੰਚੇਗੀ। ਪਹਿਲਾਂ ਇਹ ਵੀ ਕਿਹਾ ਗਿਆ ਸੀਗਾ ਢੀਂਡਸਾ ਸਾਹਿਬ ਨੂੰ, ਉਹਨਾਂ ਨੇ ਕਿਹਾ ਕਿ ਆਪਣੀ ਪਾਰਟੀ ਜਿਹੜੀ ਹੈਗੀ ਆ ਅਕਾਲੀ ਦਲ ਸੰਯੁਕਤ, ਉਹਨੂੰ ਬੀਜੇਪੀ 'ਚ ਮਰਜ ਹੀ ਕਰ ਲਓ। ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਕਰਕੇ ਛੱਡੀ ਸੀ ਕਿ ਮੈਂ ਜਿਹੜੀ ਬਾਦਲ ਫੈਮਿਲੀ ਆ ਉਹਨੂੰ ਜਿਹੜੀ ਧਾਰਮਿਕ ਸਿਆਸਤ ਆ ਉਹਦੇ 'ਚੋਂ ਬਾਹਰ ਕੱਢਣਾ, ਤੇ ਇਹਦੇ ਲਈ ਉਹਨਾਂ ਨੇ ਕਮਰ ਕੱਸੇ ਜ਼ਿਆਦਾ ਕੀਤੇ ਹੋਏ ਨੇ। ਤੇ ਉਹਨਾਂ ਨੇ ਆਪ ਐਲਾਨ ਵੀ ਕੀਤਾ ਸੀਗਾ ਅਕਾਲੀ ਦਲ ਸੰਯੁਕਤ ਬਣਾਉਣ ਸਮੇਂ ਕਿ ਮੈਂ ਜਿਹੜੀ ਆ ਕੋਈ ਵੀ ਰਾਜਨੀਤੀ ਦੇ ਵਿੱਚ ਇਲੈਕਸ਼ਨ ਜਿਹੜੀ ਆ ਹੁਣ ਭਾਰਤ ਵਿੱਚ ਨਹੀਂ ਲੜਨੀ, ਮੈਂ ਸਿਰਫ ਔਰ ਸਿਰਫ ਧਾਰਮਿਕ ਸਿਆਸਤ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਕਰਨਾ ਆ ਤੇ ਅਸਲ ਵਾਲਾ ਅਕਾਲੀ ਦਲ ਬਣਾਉਣਾ ਆ। ਇਹ ਵੀ ਇੱਕ ਪੱਕੀ ਬਣੀ ਹੋਈ ਕਹਾਣੀ ਹੋ ਗਈ ਉਹ ਹਰਪ੍ਰੀਤ ਜੀ, ਕਿ ਅਕਾਲੀ ਦਲ ਦੇ ਵਿੱਚੋਂ ਜਿਹੜੀ ਵੀ ਪਾਰਟੀ ਬਣਦੀ ਆ ਉਹ ਆਪਣੇ ਆਪ ਨੂੰ ਅਸਲ ਅਕਾਲੀ ਦਲ ਦੱਸਦੀ ਆ। ਬਿਲਕੁਲ। ਤੇ ਅਸਲ ਕਿਹੜੀ ਆ ਤੇ ਅਸਲ ਕਿਹੜੀ ਨਹੀਂ ਇਹ ਤਾਂ ਫਿਰ ਲੋਕ ਹੀ ਜਾਣਦੇ ਨੇ, ਅਸੀਂ ਤਾਂ ਉਸ ਚੱਕਰ 'ਚ ਨਹੀਂ ਪੈਂਦੇ। ਪਰ ਸ਼੍ਰੋਮਣੀ ਅਕਾਲੀ ਦਲ ਲਈ ਆਉਣ ਵਾਲੇ ਸਮੇਂ 'ਚ ਜਿਹੜੀਆਂ SGPC ਦੀਆਂ ਚੋਣਾਂ ਨੇ ਉਸ ਵੇਲੇ ਮੁਸੀਬਤ ਜ਼ਰੂਰ ਬਣਨਗੇ ਢੀਂਡਸਾ ਸਾਹਿਬ। ਹਾਲ ਦੀ ਘੜੀ ਉਹ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਕੈਪਟਨ ਸਾਹਿਬ ਨਾਲ ਰਲ ਕੇ ਲੜਦੇ ਨੇ, ਤੇ ਕੈਪਟਨ ਸਾਹਿਬ ਨੂੰ ਕਿੰਨੀਆਂ ਸੀਟਾਂ ਮਿਲਦੀਆਂ, ਬੀਜੇਪੀ ਕਿੰਨਾ ਕੁ ਜ਼ੋਰ ਲਾਉਂਦੀ ਆ, ਕਿੰਨੇ ਕੁ ਸਾਧਨ ਅਤੇ ਸੰਸਾਧਨ ਇਹਨਾਂ ਚੋਣਾਂ ਦੇ ਵਿੱਚ ਆਉਂਦੇ ਨੇ, ਉਹ ਤਾਂ ਹਾਲੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਕੈਪਟਨ ਸਾਹਿਬ ਨੇ ਅੱਜ ਜਿਹੜੀ ਗੱਲਬਾਤ ਹੈ ਸਾਰੀ ਕੀਤੀ, ਉਹਦੇ 'ਚ ਉਹਨਾਂ ਨੇ ਇੱਕ ਪਾਕਿਸਤਾਨ ਵਾਲਾ ਰਾਗ ਜਿਹੜਾ ਆ ਉਹ ਜ਼ਰੂਰ ਨਾਲ ਦੀ ਨਾਲ ਆਪਣਾ ਜਾਰੀ ਰੱਖਿਆ। ਜੀ ਸ਼ਰਮਾ ਜੀ, ਜਦੋਂ ਵੀ ਕੋਈ ਬੰਦਾ ਰਾਜਨੀਤੀ ਵਿੱਚ ਨਵਾਂ ਆਉਂਦਾ ਉਦੋਂ ਉਹਦੇ ਬਿਆਨ ਹੋਰ ਹੁੰਦੇ ਨੇ। ਜਿਵੇਂ ਕਿ ਤੁਸੀਂ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਕੁਝ ਕਹਿੰਦੇ ਸੀ, ਤੇ ਫਿਰ ਹੌਲੀ ਸਮਾਂ ਪਾ ਕੇ ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਰਾਜਨੀਤੀ ਵਿੱਚ ਅਸੀਂ ਆਉਣਾ ਹੈ ਤਾਂ ਉਹਨਾਂ ਦੇ ਬਿਆਨ ਹੋਰ ਹੁੰਦੇ ਚਲੇ ਜਾਂਦੇ ਨੇ। ਸੋ ਕੈਪਟਨ ਸਾਹਿਬ ਦੀ ਪਾਰਟੀ ਵੀ 2022 ਦੀਆਂ ਚੋਣਾਂ ਵਿੱਚ ਕੀ ਪ੍ਰਦਰਸ਼ਨ ਕਰੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ।
ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।